ਮਜ਼ਹਬ ਨੂੰ ਅਪਣਾਉਣਾ ਸਾਡੀ ਸਮਾਜਿਕ ਮਜਬੂਰੀ ਕਿਉਂ ਹੈ? अगर एक आदमी नास्तिक है और कोई सोसाइटी नहीं बन सकती। ਇਹ ਬੰਨ ਕੇ ਰੱਖਦਾ ਜਾਂ ਤੋੜ ਕੇ ਰੱਖਦਾ? ਇਹ ਜਿਹੜਾ ਧਰਮ ਹੈ ਇਹ ਸਾਨੂੰ ਸਾਡੀ ਜਿਹੜੀ ਨਾਰਮਲ ਐਕਟੀਵਿਟੀ ਹੈ ਨੈਚੁਰਲ ਉਹਦੇ 'ਚ ਵਾਧਾ ਪਾਉਂਦਾ। ਇਹ ਧਰਮ ਦੀ ਜਿਹੜੀ ਧਾਰਮਿਕ ਟੈਂਡੈਂਸੀ ਹੈ ਉਹਦੀ ਨਹੀਂ ਹੈ ਇਹ ਰਿਕੁਆਇਰਮੈਂਟ। ਉਹ ਐਕਚੁਅਲੀ ਉਹ ਤਾਂ ਫ੍ਰੀ ਕਰਦੀ ਹੈ, ਲੇਕਿਨ ਜਿਹੜੀ ਸਾਡੇ ਪੁਰੋਹਿਤਵਾਦ ਹੈ ਨਾ ਉਹਨਾਂ ਨੇ ਇਹ ਚੀਜ਼ਾਂ ਕ੍ਰੀਏਟ ਕੀਤੀਆਂ ਤਾਂ ਕਿ ਲੋਕ ਸਾਡੇ ਅਧੀਨ ਰਹਿਣ, ਸੋਚਣ ਘੱਟ ਔਰ ਇਹ ਸਾਨੂੰ ਫੋਲੋ ਜ਼ਿਆਦਾ ਕਰਨ। ਟੇਕ ਦ ਕੇਸ ਆਫ ਸੈਕਸ ਕਾ, ਇਹ ਅਸੈਂਸ਼ੀਅਲ ਰਿਕੁਆਇਰਮੈਂਟ ਹੈ। ਇਹ ਨੇਚਰ ਦੇ ਹਰ ਇੱਕ ਜਿੱਥੇ ਪੇਅਰ ਹੈ ਉੱਥੇ ਇਹ ਇਨਵੋਲਵਡ ਹੈ। ਇਹਦੇ ਤੇ ਉਹਨਾਂ ਨੇ ਕਹਤਾ ਕਿ ਸਭ ਤੋਂ ਜ਼ਿਆਦਾ ਵੱਡਾ ਦੁਸ਼ਮਣ ਹੈ। ਇਹਦੇ ਨਾਲ ਅਸੀਂ ਦੁਬਿਧਾ 'ਚ ਪੈ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਪਾਪੀ ਸਮਝਣ ਲੱਗ ਜਾਂਦੇ। ਜਿਹੜੀ ਚੀਜ਼ ਅਸੀਂ ਇੰਜੋਏ ਕਰ ਸਕਦੇ ਉਹਦੇ 'ਚ ਅਸੀਂ ਸਮਝਦੇ ਕਿ ਅਸੀਂ ਪਾਪ ਵੀ ਕਰ ਰਹੇ ਹਾਂ। ਇਹ ਇੰਸਟੀਟਿਊਸ਼ਨਲਾਈਜ਼ਡ ਰਿਲੀਜਨ ਹੈ ਨਾ, ਇਹ ਤੋਂ ਆ ਇਹ ਸਾਨੂੰ ਬੰਨ੍ਹ ਕੇ ਰੱਖਦੇ ਆ। ਇੱਕ ਲਾਅ ਬਣਾ ਦਿੱਤਾ ਇੱਕ ਵਾਰੀ ਇਹਨਾਂ ਨੇ, ਇਹਦੇ ਤੇ ਤੁਸੀਂ ਰਹਿਣਾ। ਅਗਰ ਕੋਈ ਡਿਸਕਵਰੀ ਹੈ, ਸਾਇੰਟੀਫਿਕ ਡਿਸਕਵਰੀ ਆ ਜਾਂ ਤੁਹਾਡੀ ਰੀਜ਼ਨਿੰਗ ਨਾਲ ਤੁਸੀਂ ਇੱਕ ਚੀਜ਼ ਤੇ ਪਹੁੰਚੇ ਆ, ਉਹਨੂੰ ਤੁਸੀਂ ਅਪਣਾ ਨਹੀਂ ਸਕਦੇ ਕਿਉਂਕਿ ਉਹ ਚੇਂਜ ਨਹੀਂ ਮੰਨਦਾ। ਧਰਮ ਦੇ ਵਿੱਚ ਇੱਕ ਇਹ ਪ੍ਰੋਬਲਮ ਹੈ ਕਿ ਇਹ ਬਹੁਤ ਕੰਜ਼ਰਵੇਟਿਵ ਹੈ ਔਰ ਜਿਉਂ-ਜਿਉਂ ਬਲਕਿ ਧਰਮ ਅੱਗੇ ਵੱਧਦਾ ਹੈ ਇਹ ਪਿਛਲੇ ਪਾਸੇ ਨੂੰ ਦੇਖਦਾ। ਅਗਰ ਸਾਇੰਸ ਇੱਕ ਚੀਜ਼ ਗੱਲ ਕਹਿੰਦੀ ਆ ਉਹ ਚਾਹੇ ਠੀਕ ਵੀ ਹੈ, ਲੇਕਿਨ ਅਗਰ ਸਾਡੀ ਉਹ ਧਰਮ ਪੁਸਤਕ ਲਿਖਿਆ ਇਹਦੇ ਉਲਟ ਅਸੀਂ ਉਹਨੂੰ ਮੰਨਾਂਗੇ, ਇਹਨੂੰ ਨਹੀਂ ਮੰਨਾਂਗੇ। ਅੱਛਾ, ਇੱਥੋਂ ਤੱਕ ਧਰਮ ਨੇ ਇਨਸਾਨ ਦਾ ਜਿਹੜਾ ਦਿਮਾਗ ਹੈ ਉਹਦੇ ਤੇ ਕਬਜ਼ਾ ਕੀਤਾ ਹੈ ਔਰ ਉਹਨੂੰ ਕੈਦ ਕੀਤਾ ਹੈ। ਅਨਫਾਰਚੂਨੇਟਲੀ ਮੈਂ ਇੱਕ ਐਸੇ ਧਰਮ ਵਿੱਚ ਪੈਦਾ ਹੋਇਆ ਜਿਹਦੇ ਵਿੱਚ ਇਨਇਕੁਐਲਿਟੀ ਜਿਹੜਾ ਹੈ ਨਾ ਉਹਨਾਂ ਦਾ ਬੇਸਿਕ ਪ੍ਰਿੰਸੀਪਲ ਸੀ। ਬਹੁਤ ਕੁਝ ਸਿੱਖਿਆ। ਪੂਰੀ ਗੁਰਬਾਣੀ ਕਈ 5-6 ਬਾਣੀਆਂ ਤਾਂ ਮੈਨੂੰ ਜਵਾਨੀ ਯਾਦ ਸੀ ਔਰ ਫਿਰ ਬਾਅਦ ਦੇ ਵਿੱਚ ਵਿਦ ਮੀਨਿੰਗ। ਬਾਵਜੂਦ ਜਦੋਂ ਮੈਂ ਸਿੱਖ ਸਮਾਜ ਵਿੱਚ ਵਿਚਰਿਆ ਨਾ, ਉੱਥੇ ਉਹ ਛੂਆਛਾਤ ਉਸੇ ਤਰ੍ਹਾਂ ਕਾਇਮ ਸੀ ਜਿਸ ਤਰ੍ਹਾਂ ਮੈਨੂੰ ਧਰਮ ਵਿੱਚ ਸੀ। ਸਾਨੂੰ ਬਹਿਲਾ ਫਸਲਾ ਕੇ ਕਹਿੰਦਾ ਉਹ ਬੱਚਿਓ ਦੇਖੋ ਅੱਜ ਸੰਗਰਾਂਦ ਹੈ, ਤੁਸੀਂ ਚੱਲੋ। ਅੱਛਾ, ਜਦੋਂ ਅਸੀਂ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਮੈਂ ਉਹਦੇ ਲਾਗੇ ਬੈਠਣ ਲੱਗਾ ਤੇ ਕਹਿਣ ਲੱਗੇ ਨਹੀਂ ਭਈਆ ਤੁਸੀਂ ਉਹ ਬਰਾਂਡੇ ਜਾ ਕੇ ਬੈਠੋ। ਹੁਣ ਅਸੀਂ ਆਪਣਾ ਉਹ ਨੈਚੁਰਲੀ ਆਈ ਫੈਲਟ ਵੈਰੀ ਮਚ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਤ ਪਾਤ ਦਾ ਖੰਡਨ ਕੀਤਾ ਗਿਆ। ਇਹ ਨਹੀਂ ਕਿ ਗੁਰੂ ਜੀ ਗੁਰੂਆਂ ਦੇ ਮਤਲਬ ਸਾਇਲੈਂਟ ਹੈ ਕਿਉਂਕਿ ਹਿੰਦੂ ਧਰਮ ਤੇ ਇਹਦੀ ਪ੍ਰੀਚਿੰਗ ਹੁੰਦੀ ਹੈ, ਲੇਕਿਨ ਸਿੱਖ ਧਰਮ 'ਚ ਇਹਨੂੰ ਕੰਡੈਮ ਜ਼ਰੂਰ ਕੀਤਾ ਗਿਆ। ਲੇਕਿਨ ਅਨਫਾਰਚੂਨੇਟਲੀ ਇਹ ਮੈਨੂੰ ਕਹਿਣ ਦੇ ਵਿੱਚ ਥੋੜ੍ਹਾ ਜਿਹਾ ਦੁੱਖ ਵੀ ਹੋ ਰਿਹਾ ਕਿ ਕਿਸੇ ਵੀ ਸਟੇਜ ਦੇ ਵਿੱਚ ਰਾਈਟ ਫਰੋਮ ਦਾ ਗੁਰੂਜ਼ ਟਾਈਮ ਇਸ ਨੂੰ ਪ੍ਰੈਕਟਿਸ ਵਿੱਚ ਨਹੀਂ ਲਿਆਂਦਾ ਹੈਗਾ। ਬਲਕਿ ਬੜੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਅਗਰ ਕਿਸੇ ਤੁਸੀਂ ਹੋਰ ਧਰਮ ਸਥਾਨ 'ਤੇ ਜਾਂਦੇ ਆ ਤੁਹਾਨੂੰ ਐਸੇ ਚੀਜ਼ਾਂ ਕਰਨੀਆਂ ਪੈਂਦੀਆਂ ਜਿਹੜੇ ਤੁਹਾਡਾ ਦਿਮਾਗ ਕਹਿੰਦਾ ਨੋ ਇਹ ਠੀਕ ਨਹੀਂ ਹੈ ਬਈ, ਇਹ ਨਹੀਂ ਕਰਨੀ ਚਾਹੀਦੀ। ਉਹ ਅਗਰ ਕਰਦੇ ਆ ਤਾਂ ਆਪਣੀ ਜ਼ਮੀਰ ਨੂੰ ਮਾਰਦੇ ਆ, ਅਗਰ ਨਹੀਂ ਕਰਦੇ ਤੇ ਦੁਨੀਆ ਸਾਨੂੰ ਕਹਿੰਦੀ ਹੈ ਤਾਂ ਬੜਾ ਅਹੰਕਾਰੀ ਹੈ। ਦੇਖੋ ਵੈਸੇ ਤਾਂ ਸਾਰੇ ਧਰਮ ਕਹਿੰਦੇ ਆ ਕਿ ਸਾਡਾ ਧਰਮ ਇਨਸਾਨੀ ਪ੍ਰੇਮ ਸਿਖਾਉਂਦਾ, ਲੇਕਿਨ ਮੁਸ਼ਕਿਲ ਇਹ ਹੈ ਉਹ ਜਦੋਂ ਇਹ ਕਹਿੰਦੇ ਆ ਕਿ ਸਾਡਾ ਧਰਮ ਹੀ ਠੀਕ ਹੈ ਔਰ ਇਹ ਪਰਫੈਕਟ ਆ, ਇਹਦੇ ਮੁਕਾਬਲੇ ਤੇ ਹੋਰ ਨਹੀਂ ਹੈ ਔਰ ਸਾਨੂੰ ਇਸ ਨੂੰ ਫੈਲਾਉਣਾ ਵੀ ਚਾਹੀਦਾ। ਅਦਰਵਾਈਜ਼ ਤੁਸੀਂ ਇਹ ਕਹੋ ਕਿ ਹਰ ਇੱਕ ਆਦਮੀ ਆਪਣੇ ਧਰਮ ਵਿੱਚ ਪਰਪੱਕ ਹੋ ਕੇ ਇਨਸਾਨੀ ਪ੍ਰੇਮ ਪੈਦਾ ਕਰ ਸਕਦਾ, ਮੈਨੂੰ ਬੜੀ ਮੁਸ਼ਕਿਲ ਲੱਗਦੀ ਹੈ। ਆਰਗੇਨਾਈਜ਼ਡ ਰਿਲੀਜਨ ਦੀ ਹੁਣ ਲੋੜ ਨਹੀਂ ਹੈ, ਸੱਚੀ ਗੱਲ ਹੈ, ਕਿਉਂਕਿ ਜਿਹੜੇ ਫੰਕਸ਼ਨ ਰਿਲੀਜਨ ਕਰਦਾ ਸੀ ਉਹ ਸਾਡੇ ਸਕੂਲ ਔਰ ਕਾਲਜਿਸ ਐਸੋਸੀਏਸ਼ਨ ਸਾਡੀ ਸਾਇੰਸ ਉਹ ਸਾਨੂੰ ਸਭ ਕੁਝ ਸਿਖਾ ਰਹੀ ਹੈ। ਅੱਜ ਜਿਹੜਾ ਆਰਗੇਨਾਈਜ਼ਡ ਰਿਲੀਜਨ ਹੈ ਇਟ ਸ਼ੁੱਡ ਬੀ ਡਿਸਪੈਂਸਡ ਵਿਦ।
ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈਆਂ ਕੁਝ ਖਿਆਲ, ਕੁਝ ਸਵਾਲ। ਧਰਮ ਬਾਰੇ ਜੇ ਚਰਚਾ ਸ਼ੁਰੂ ਕਰੀਏ ਤਾਂ ਕਿਹਾ ਜਾਂਦਾ ਕਿ ਧਰਮ ਆਮ ਲੋਕਾਂ ਲਈ ਸੱਚ ਹੁੰਦਾ, ਸਿਆਣਿਆਂ ਲਈ ਝੂਠ ਹੁੰਦਾ ਤੇ ਰਾਜਨੀਤਿਕ ਲੋਕਾਂ ਲਈ ਵਰਤਣ ਵਾਲੀ ਚੀਜ਼। ਪਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਅਜਿਹੇ ਮਹਿਮਾਨ ਮੌਜੂਦ ਨੇ ਜਿਹੜੇ ਆਪਣੀ ਜ਼ਿੰਦਗੀ ਦੇ 100 ਤੋਂ ਵੱਧ ਵਰ੍ਹੇ ਪੂਰੇ ਕਰ ਚੁੱਕੇ ਨੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਤੱਥ ਕੱਢੇ ਨੇ ਤੇ ਧਰਮ ਬਾਰੇ ਉਹ ਕੀ ਲਿਖ ਰਹੇ ਨੇ, ਮੈਂ ਉਹ ਤੁਹਾਡੇ ਨਾਲ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਉਹਨਾਂ ਦੀ ਇਸ ਕਿਤਾਬ ਦੇ ਵਿੱਚੋਂ ਸਾਂਝਾ ਕਰਨਾ ਚਾਹੁੰਦੀ ਹਾਂ, ਜਿਸ ਕਿਤਾਬ ਦਾ ਟਾਈਟਲ ਹੈ ਪਰਾਧੀਨਤਾ ਤੋਂ ਸਵਾਧੀਨਤਾ ਵੱਲ। ਇਹ ਕਿਤਾਬ ਲਿਖੀ ਹੋਈ ਹੈ ਖੁਸ਼ੀ ਰਾਮ ਹੋਣਾ ਦੀ, ਤੇ ਖੁਸ਼ੀ ਰਾਮ ਜੀ ਲਿਖ ਰਹੇ ਨੇ, ਕਹਿੰਦੇ ਕੁਦਰਤ ਨੇ ਮੈਨੂੰ ਐਸਾ ਜ਼ਰੂਰ ਬਣਾਇਆ ਹੈ ਕਿ ਰੂੜੀਵਾਦ ਤੋਂ ਦੂਰੀ ਤੇ ਵਿਗਿਆਨ ਦੇ ਨਾਲ ਪ੍ਰੇਮ ਹੈ, ਅਲੌਕਿਕਤਾ ਵਿੱਚ ਵਿਸ਼ਵਾਸ ਨਹੀਂ ਤੇ ਪਖੰਡਵਾਦ ਤੋਂ ਨਫ਼ਰਤ ਹੈ। ਇਹੋ ਜਿਹੀ ਮਾਨਸਿਕਤਾ ਨੂੰ ਸੰਗਠਿਤ ਮਜ਼ਹਬ ਰਾਸ ਨਹੀਂ ਆਉਂਦਾ, ਪਰ ਕਿਸੇ ਮਜ਼ਹਬ ਨੂੰ ਅਪਣਾਉਣਾ ਸਾਡੀ ਸਮਾਜਿਕ ਮਜਬੂਰੀ ਹੈ। ਤੇ ਬਹੁਤ-ਬਹੁਤ ਸਵਾਗਤ ਕਰ ਰਹੇ ਹਾਂ ਖੁਸ਼ੀ ਰਾਮ ਜੀ ਦਾ। ਖੁਸ਼ੀ ਰਾਮ ਜੀ, ਕਿਸੇ ਮਜ਼ਹਬ ਨੂੰ ਅਪਣਾਉਣਾ ਸਾਡੀ ਸਮਾਜਿਕ ਮਜਬੂਰੀ ਕਿਉਂ ਹੈ? ਤੁਸੀਂ ਵੱਖ-ਵੱਖ ਜਿਹੜੇ ਮਜ਼ਹਬ ਹੈ ਉਹਨਾਂ ਨੂੰ ਸਟੱਡੀ ਵੀ ਕੀਤਾ ਹੋਊਗਾ, ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੋੜ ਆਏ ਹੋਣਗੇ ਜਿਸ ਵੇਲੇ ਤੁਸੀਂ ਕਿਸੇ ਖਾਸ ਮਜ਼ਹਬ ਵੱਲ ਖਿੱਚੇ ਗਏ ਹੋਗੇ ਜਾਂ ਫਿਰ ਉਸ ਮਜ਼ਹਬ ਨੂੰ ਛੱਡ ਕੇ ਕਿਸੇ ਦੂਸਰੇ ਮਜ਼ਹਬ ਦੀ ਸਟੱਡੀ ਕੀਤੀ ਹੋਊਗੀ। ਬਹੁਤੀ ਵਾਰੀ ਅਸੀਂ ਆਮ ਵਿਅਕਤੀ ਇਹੋ ਜਿਹਾ ਕੰਮ ਕਰਦੇ ਵੀ ਨਹੀਂ ਹੈਗੇ। ਤੁਹਾਡੀ ਜਿਹੜੀ ਇਹ ਮਾਨਸਿਕਤਾ ਬਣੀ ਆ ਮਜ਼ਹਬ ਨੂੰ ਲੈ ਕੇ, ਉਹਦਾ ਕੀ ਆਧਾਰ ਹੈ, ਜੇ ਥੋੜਾ ਜਿਹਾ ਉਹ ਸਾਂਝਾ ਕਰ ਸਕੋ। ਆਮ ਤੌਰ ਤੇ ਇਨਸਾਨ ਉਸੇ ਹੀ ਧਰਮ ਨੂੰ ਅਡਾਪਟ ਕਰਦਾ ਜਿਹੜਾ ਉਹਦਾ ਪੇਰੈਂਟਸ ਦਾ ਹੁੰਦਾ ਹੈ, ਔਰ ਪੇਰੈਂਟਸ ਉਹਨੂੰ ਜਨਮ ਤੋਂ ਹੀ ਤਕਰੀਬਨ ਉਸ ਧਰਮ ਦੀ ਬਾਬਤ ਉਹਨਾਂ ਨੂੰ ਉਹ ਜਾਂ ਸਿੱਖਿਆ ਦਿੰਦੇ ਆ ਜਾਂ ਬੱਚਾ ਆਪ ਆਬਜ਼ਰਵ ਕਰਦਾ ਕਿ ਸੁਸਾਇਟੀ ਵਿੱਚ ਜਿਹੜਾ ਮੇਰਾ ਧਰਮ ਦਾ ਇਹ ਪਾਲਣ ਹੈ ਉਹ ਕੈਸੇ ਹੋ ਰਿਹਾ। ਤੁਸੀਂ ਹੈਰਾਨ ਹੋਵੋਗੇ ਕਿ ਇਹ ਕਈ ਧਰਮ ਤਾਂ ਜਦੋਂ ਬੱਚਾ ਪੈਦਾ ਹੁੰਦਾ ਉਹਦੇ ਕੰਨ ਦੇ ਵਿੱਚ ਪਹਿਲਾਂ ਉਹ ਆਪਣਾ ਇਹ ਧਾਰਮਿਕ ਜਿਹੜਾ ਉਹਨਾਂ ਦਾ ਸਲੋਗਨ ਹੈ ਉਹ ਦੱਸ ਰਿਹਾ ਕਿ ਇੱਥੋਂ ਸ਼ੁਰੂ ਹੋ ਜਾਂਦਾ। ਮੇਰਾ ਮਤਲਬ ਕਹਿੰਦਾ ਕਿ ਜਦੋਂ ਬੱਚਾ ਪੈਦਾ ਹੀ ਹੁੰਦਾ ਉਹਦੇ ਕੰਨ 'ਚ ਪਹਿਲੀ ਆਵਾਜ਼ ਜਿਹੜੀ ਆ ਉਹ ਧਰਮ ਦੇ ਇੱਕ ਛੋਟੇ ਮੋਟੇ ਵਧੀਆ ਸਲੋਗਨ ਉਹਦੇ ਵਿੱਚ ਉਹ ਦਿੱਤੇ ਜਾਂਦੇ। ਔਰ ਆਮ ਤੌਰ ਤੇ ਇਨਸਾਨ ਆਪਣੇ ਧਰਮ ਨਾਲ ਉਹ ਖੁਸ਼ ਵੀ ਰਹਿੰਦਾ ਕਿਉਂਕਿ ਉਹਨੂੰ ਸਿਕਿਉਰਿਟੀ ਦਿੰਦਾ, ਉਹਨੂੰ ਕੁਝ ਨੌਲੇਜ ਦਿੰਦਾ, ਉਹਨੂੰ ਕੁਝ ਸੁਸਾਇਟੀ ਦਿੰਦਾ। ਔਰ ਤਕਰੀਬਨ ਮੋਸਟ ਆਫ ਦੇ ਰਿਲੀਜਨ ਜਿਹੜੇ ਆ ਉਹ ਆਪਣੇ ਜਿਹੜੇ ਪੈਰੋਕਾਰ ਹੈ ਉਹਨਾਂ ਵਿੱਚ ਕੋਈ ਇੰਨੀ ਡਿਫਰੈਂਸ਼ੀਏਸ਼ਨ ਨਹੀਂ ਕਰਦੇ, ਉਹ ਸਾਰੇ ਤਕਰੀਬਨ ਇੱਕੋ ਜਿਹਾ ਟ੍ਰੀਟ ਕਰਦੇ ਆ। ਅਨਫਾਰਚੂਨੇਟਲੀ ਮੈਂ ਇੱਕ ਐਸੇ ਧਰਮ ਵਿੱਚ ਪੈਦਾ ਹੋਇਆ ਜਿਹਦੇ ਵਿੱਚ ਇਨਇਕੁਐਲਿਟੀ ਜਿਹੜਾ ਹੈ ਨਾ ਉਹਨਾਂ ਦਾ ਬੇਸਿਕ ਪ੍ਰਿੰਸੀਪਲ ਸੀ। ਅੱਛਾ, ਨਾ ਸਿਰਫ ਇਨਇਕੁਐਲਿਟੀ ਨਾ ਬਰਾਬਰਤਾ ਬਲਕਿ ਇਹ ਅਨਟੱਚੇਬਿਲਟੀ ਜਿਹਨੂੰ ਅਸੀਂ ਛੂਆ-ਛਾਤ ਕਹਿੰਦੇ ਆ ਕਿ ਕਈਆਂ ਤੋਂ ਤੁਸੀਂ ਕਿਹਦੇ ਪਰਛਾਵੇਂ ਵੀ ਨਹੀਂ ਪੈ ਸਕਦੇ। ਤੁਸੀਂ ਕਿਸੇ ਨੂੰ ਜੇ ਤੁਹਾਨੂੰ ਕੋਈ ਟੱਚ ਕਰਦਾ ਤੁਸੀਂ ਪੋਲਿਊਟ ਹੋ ਜਾਂਦੇ। ਪੋਲਿਊਸ਼ਨ ਦਾ ਜਿਹੜਾ ਹੈ ਨਾ ਸੁਚਮ ਦਾ ਇਹ ਕਨਸੈਪਟ ਮੇਰੇ ਧਰਮ ਜਿਹਦੇ ਵਿੱਚ ਮੈਂ ਪੈਦਾ ਹੋਇਆ ਉਹ ਬਹੁਤ ਜ਼ਿਆਦਾ ਸੀ। ਔਰ ਅਨਫਾਰਚੂਨੇਟਲੀ ਮੈਂ ਇਸ ਸਿਸਟਮ ਦਾ ਸ਼ਿਕਾਰ ਹੋਇਆ ਕਿਉਂਕਿ ਮੈਂ ਸੋ ਕਾਲਡ ਅਛੂਤ ਜਾਤੀਆਂ ਵਿੱਚ ਪੈਦਾ ਹੋਇਆ। ਅਛੂਤ ਦਾ ਮਤਲਬ ਜਿਹੜਾ ਤੁਹਾਨੂੰ ਛੂਹ ਨਹੀਂ ਸਕਦਾ ਜਾਂ ਜਿਹਨੂੰ ਤੁਸੀਂ ਛੂਹੋਗੇ ਤਾਂ ਤੁਸੀਂ ਪੋਲਿਊਟ ਹੋ ਜਾਓਗੇ। ਹੁਣ ਇਹੋ ਜਿਹਾ ਧਰਮ ਦਾ ਜਦੋਂ ਮੈਂ ਅਹਿਸਾਸ ਕੀਤਾ ਤਾਂ ਫਿਰ ਮੈਨੂੰ ਉਹਦੇ ਤੋਂ ਥੋੜ੍ਹੀ ਜਿਹੀ ਪਹਿਲੀ ਤਾਂ ਗੱਲ ਇਹ ਹੈ ਕਿ ਜਿਸ ਕਮਿਊਨਿਟੀ 'ਚ ਮੈਂ ਪੈਦਾ ਹੋਇਆ ਉਹਨਾਂ ਦਾ ਕੋਈ ਇੱਦਾਂ ਦਾ ਬੇਸਿਕ ਧਰਮ ਨਹੀਂ ਜਿੱਦਾਂ ਸਟੈਂਡਰਡ ਰਿਲੀਜਨ ਹੈ, ਕ੍ਰਿਸਚੈਨਿਟੀ ਹੈ, ਇਸਲਾਮ ਹੈ और हिंदू धर्म है और सिख धर्म है। मेरी कम्युनिटी मेरी अपनी जी फैमिली आ उन्होंने का ऐसा कोई पक्का धर्म नहीं सी। अच्छा, या ये भी प्रॉब्लम सी। असी सिखी भी मानते सी, असी हिंदुओं के मंदिर भी जाते सी, इत्थों तक कि मेरे छोटे होंदे दी बोधी सी। ਅੱਛਾ, ਸੋ ਤੁਹਾਡੇ ਕੰਨ ਦੇ ਵਿੱਚ ਕਿਸੇ ਸਪੈਸੀਫਿਕ ਧਰਮ ਦੀ ਫੂਕ ਨਹੀਂ ਮਾਰੀ ਗਈ? ਬਿਲਕੁਲ ਨਹੀਂ। ਦੇਖੋ ਜੀ ਮੈਂ ਤੁਹਾਨੂੰ ਦੱਸਦਾ ਮੇਰੇ ਬੋਧੀ ਸੀ ਉਹ ਮੇਰੀ ਇੱਕ ਬੱਚੇ ਨਾਲ ਲੜਾਈ ਹੋ ਗਈ, ਉਹਨੇ ਮੇਰੀ ਬੋਧੀ ਉਹ ਖਿੱਚ ਦਿੱਤੀ। ਮੈਨੂੰ ਬੜਾ ਦੁੱਖ ਲੱਗਾ। ਮੈਂ ਆਪਣੀ ਮਾਂ ਨੂੰ ਕਿਹਾ ਕਿ ਦੇਖੋ ਇਹ ਮੇਰੇ ਨਹੀਂ ਹੋਣੀ ਚਾਹੀਦੀ। ਅੱਛਾ, ਉਹ ਮੈਨੂੰ ਜਵਾਲਾ ਜੀ ਜਿਹੜਾ ਮੰਦਿਰ ਹੈ ਕਾਂਗੜੇ ਦੇ ਆਸ-ਪਾਸ ਉੱਥੇ ਲੈ ਗਈ। ਉੱਥੇ ਉਹਨੇ ਮੇਰਾ
ਉਹ ਭੱਜਣ ਕਰਾਇਆ ਉਹ ਮੋਦੀ ਉਤਰਵਾਈ। ਤੁਸੀਂ ਅੰਦਾਜ਼ਾ ਲਗਾ ਸਕਦੇ। ਹਾਂ। ਇਹਦੇ ਬਾਅਦ ਸਾਡੇ ਲਾਗੇ ਪੰਜਾਂ ਪੀਰਾਂ ਦੀ ਜਗ੍ਹਾ ਸੀ। ਅੱਛਾ। ਮੇਰੀ ਮਦਰ ਜਿਹੜੀ ਹਫਤੇ ਦੇ ਆ ਕੇ ਜਾਂ ਮਹੀਨੇ ਪਿੱਛੋਂ ਉੱਥੇ ਜ਼ਰੂਰ ਦੀਵਾ ਕਰਦੀ ਸੀ। ਸਮਝ ਗਏ। ਸਾਡੇ ਆਪਣੇ ਛੋਟੇ ਗੁੱਗਾ ਪੀਰ ਹੈ ਫੋਰ ਐਗਜ਼ਾਮਪਲ। ਔਰ ਇਹਦੇ ਨਾਲ ਹੀ ਨਾਲ ਸਾਡੇ ਵਿੱਚ ਸਾਡੀ ਕਈ ਰਿਲੇਟਿਵ ਐਸੇ ਸੀ ਜਿਹੜੇ ਸਾਨੂੰ ਮਹਾਭਾਰਤ ਔਰ ਰਾਮਾਇਣ ਦੀਆਂ ਸਟੋਰੀਆਂ ਸੁਣਾਉਂਦੇ ਸੀ। ਸੋ ਇਸ ਤਰ੍ਹਾਂ ਦਾ ਐਸਾ ਮਿਕਸਚਰ ਸੀ ਕਿ ਮੈਂ ਕਿਸੇ ਪਰਟੀਕੁਲਰ ਰਿਲੀਜਨ ਦਾ ਫੋਲੋਅਰ ਬਣ ਹੀ ਨਾ ਸਕਿਆ। ਅੱਛਾ। ਇਹ ਜ਼ਰੂਰ ਹੈ ਕਿ ਜਦੋਂ ਮੈਂ 5ਵੀਂ ਤੋਂ ਲੈ ਕੇ 10ਵੀਂ ਤੱਕ 2 ਖਾਲਸਾ ਸਕੂਲਾਂ 'ਚ ਪੜ੍ਹਿਆ, ਮੈਨੂੰ ਸਿੱਖੀ ਦੀ ਕਾਫੀ ਵਾਕਫੀਅਤ ਹੋਈ, ਬਹੁਤ ਵਾਕਫੀਅਤ ਹੋਈ, ਕਿਉਂਕਿ ਮੇਰਾ ਜਿਹੜਾ ਧਾਰਮਿਕ ਟੀਚਰ ਸੀ ਸਪੈਸ਼ਲੀ 5ਵੀਂ ਤੋਂ 8ਵੀਂ ਤੱਕ, ਉਹ ਮੇਰਾ ਅੱਜ ਤੱਕ ਮੇਰਾ ਰੋਲ ਮਾਡਲ ਹੈ। ਅੱਛਾ। ਉਹਨਾਂ ਦੇ ਬੱਚਿਆਂ ਨਾਲ ਅੱਜ ਤੱਕ ਵੀ ਮੇਰੀ ਟੈਲੀਫੋਨਿਕ ਕਨਵਰਸੇਸ਼ਨ ਕਈ ਵਾਰੀ ਹੋ ਜਾਂਦੀ। ਬਹੁਤ ਕੁਝ ਸਿੱਖਿਆ। ਪੂਰੀ ਗੁਰਬਾਣੀ ਕਈ 5-6 ਬਾਣੀਆਂ ਤਾਂ ਮੈਨੂੰ ਜਵਾਨੀ ਯਾਦ ਸੀ। ਔਰ ਫਿਰ ਬਾਅਦ ਦੇ ਵਿੱਚ ਵਿਦ ਮੀਨਿੰਗ ਔਰ ਸਿੱਖ ਹਿਸਟਰੀ ਖਾਸ ਕਰਕੇ ਸਾਰੀਆਂ ਗੁਰੂਆਂ ਦੀਆਂ ਜਨਮ ਸਾਖੀਆਂ। ਔਰ ਇਹ ਲੇਕਿਨ ਉਹਦੇ ਬਾਵਜੂਦ ਜਦੋਂ ਮੈਂ ਸਿੱਖ ਸਮਾਜ ਵਿੱਚ ਵਿਚਰਿਆ ਨਾ, ਅੱਛਾ, ਉੱਥੇ ਉਹ ਛੂਆਛਾਤ ਉਸੇ ਤਰ੍ਹਾਂ ਕਾਇਮ ਸੀ ਜਿਸ ਤਰ੍ਹਾਂ ਮੈਨੂੰ ਹਿੰਦੂ ਧਰਮ ਵਿੱਚ ਸੀ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਜਦੋਂ ਆਦਮੀ ਨੂੰ ਬੇਸਿਕ ਡਿਗਨਿਟੀ ਜਿਹੜੀ ਖੋਈ ਜਾਂਦੀ ਹੈ, ਜਿਹਨੂੰ ਸਿਰਫ ਨਸੀਬ ਨਹੀਂ ਹੁੰਦੀ, ਉਹ ਉਸ ਸੋਸਾਇਟੀ ਵਿੱਚ ਕਿੱਦਾਂ ਰਹਿ ਸਕਦਾ। ਮੈਨੂੰ ਲੱਗਦਾ ਇਸ ਕਿਤਾਬ ਦੇ ਵਿੱਚ ਵੀ ਤੁਸੀਂ ਇੱਕ ਥਾਂ ਤੇ ਇਹਦੇ ਵਿੱਚ ਜ਼ਿਕਰ ਕਰਦੇ ਆ ਕਿ ਸਕੂਲ ਦੇ ਵਿੱਚ ਸ਼ਾਇਦ ਕਿਤੇ ਪਾਠ ਹੋਣਾ ਸੀ ਜਿੱਥੇ ਤੁਹਾਨੂੰ ਬੁਲਾ ਲਿਆ ਗਿਆ, ਪਰ ਉਸ ਤੋਂ ਬਾਅਦ ਤੁਹਾਨੂੰ ਵੱਖ ਬਿਠਾ ਦਿੱਤਾ ਗਿਆ। ਉਹ ਕੀ ਘਟਨਾ ਸੀ? ਉਹ ਤਾਂ ਸਾਡੇ ਆਪਣੇ ਪਿੰਡ ਦੀ ਸੀ। ਅੱਛਾ। ਸਾਡੇ ਪਿੰਡ ਗੁਰਦੁਆਰਾ ਸੀ, ਉਹਨਾਂ ਦਾ ਤਾਂ ਬਹੁਤ ਛੋਟਾ ਜਿਹਾ 1 ਰੂਮ ਕੱਚਾ ਗੁਰਦੁਆਰਾ ਸੀ, ਤੇ ਸਾਡਾ ਪਿੰਡ ਬਹੁਤ ਛੋਟਾ ਜਿਹਾ ਹੈ। ਔਰ ਉਹਦੇ ਵਿੱਚ ਆਮ ਤੌਰ ਤੇ ਜਿਹੜਾ ਸ਼ਗਰਾਂਦ ਵਾਲੇ ਦਿਨ ਹੀ ਖੁੱਲਦਾ ਸੀ ਉਹ, ਤੇ ਇਹ ਉਹਨਾਂ ਜਿਹੜੇ ਸਾਡੇ ਕਾਰਪੈਂਟਰ ਲੋਕ ਹੈ ਨਾ, ਇਹ ਮੈਨੇਜ ਕਰਦੇ ਕਿਉਂਕਿ ਉਹ ਪੜ੍ਹੇ ਲਿਖੇ ਸੀ, ਪੱਕੇ ਸਿੱਖ ਵੀ ਹੋਏ ਸੀ ਸਾਰੇ ਪਿੰਡ ਦੇ ਵਿੱਚੋਂ। ਅੱਛਾ। ਪੂਰੇ ਸਾਲਮ। ਔਰ ਉਹਨਾਂ ਬਜ਼ੁਰਗ ਨਹੀਂ ਸੀ, ਉਹਨਾਂ ਦੇ ਬਜ਼ੁਰਗਾਂ ਦੇ ਨਾਂ ਸੀ ਨਾਨਕ, ਧਾਮਾ। ਅੱਛਾ। ਲੇਕਿਨ ਉਸ ਤੋਂ ਬਾਅਦ ਫਿਰ ਹਰਜਿੰਦਰ ਸਿੰਘ ਇਸ ਤਰ੍ਹਾਂ ਦੇ ਉਹ ਬਣ ਗਏ। ਔਰ ਉਹ ਮੈਨੇਜ ਕਰਦੇ ਸੀ, ਮਤਲਬ ਉਹਨਾਂ ਨੇ ਖੋਲ੍ਹਣਾ, ਪਾਠ ਵੀ ਕਰਨਾ। ਕਿਤੇ ਉਸ ਕਿਸੇ ਜਗ੍ਹਾ ਉਹਨਾਂ ਦੀ ਜੱਟਾਂ ਨਾਲ ਜਾਤ ਦੇ ਉੱਤੇ ਕੋਈ ਝਗੜਾ ਹੋ ਗਿਆ, ਕਿਸੇ ਨੇ ਗੁੱਲੀ ਕਾੜਾ ਕਹਿਤਾ ਜਾਂ ਠੋਕਾ ਕਹਿਤਾ, ਜਾਂ ਉਹ ਕਹਿਣ ਲੱਗੇ ਸੀ ਤੁਹਾਡੇ ਗੁਰਦੁਆਰੇ ਨਹੀਂ ਆਉਣਾ। ਉਹਨੇ ਆਪਣੇ ਚੁਬਾਰੇ ਵਿੱਚ ਆਪਣਾ ਗ੍ਰੰਥ ਖੋਲ ਕੇ ਕਰਤਾ। ਇਹਨਾਂ ਦੀ ਪ੍ਰੋਬਲਮ ਹੋ ਗਈ ਕਿ ਅਸੀਂ ਉਹਨੇ ਦਾ ਹੁਣ ਸ਼ਗਰਾਂਦ ਆ ਗਈ। ਅੱਛਾ। ਉਹ ਉਹਨਾਂ ਨੂੰ ਪਤਾ ਨਹੀਂ ਲੱਗੇ ਵੀ ਹੁਣ ਅਸੀਂ ਕਰੀਏ ਕਿ। ਉਹਨਾਂ ਨੂੰ ਇਹ ਪਤਾ ਸੀ ਕਿ ਸੋਕਾ ਚਮਾਰੜੀ ਵਿੱਚ 2 ਬੱਚੇ ਜਿਹੜੇ ਖਾਲਸਾ ਸਕੂਲ ਜਾਂਦੇ, ਇੱਕ ਮੈਂ ਜਾਂਦਾ ਸੀ, ਇੱਕ ਮਹਾਂ ਸਿੰਘ ਸੀ। ਉਹ ਪਿੰਡ ਦਾ ਲੰਬਰਦਾਰ ਦਾ ਨਾਮ ਬਾਬਾ ਸਿੰਘ ਸੀ। ਉਹ ਆਇਆ, ਸਾਨੂੰ ਬਹਿਲਾ ਫਸਲਾ ਕੇ ਕਹਿੰਦਾ ਉਹ ਬੱਚਿਓ ਦੇਖੋ ਅੱਜ ਸ਼ਗਰਾਂਦ ਹੈ, ਤੁਸੀਂ ਚੱਲੋ। ਅੱਛਾ। ਜਦੋਂ ਅਸੀਂ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਮੈਂ ਉਹਦੇ ਲਾਗੇ ਬੈਠਣ ਲੱਗਾ ਤੇ ਕਹਿਣ ਲੱਗੇ ਨਹੀਂ ਭਈਆ, ਤੁਸੀਂ ਉਹ ਬਰਾਂਡੇ ਜਾ ਕੇ ਬੈਠੋ। ਹੁਣ ਅਸੀਂ ਆਪਣਾ ਉਹ ਨੈਚੁਰਲੀ ਆਈ ਫੈਲਟ ਵੈਰੀ ਮਚ। ਹਾਲਾਂਕਿ ਉਦੋਂ ਮੇਰਾ ਖਿਆਲ 7ਵੀਂ ਕਲਾਸ ਵਿੱਚ ਜੂੰਗਾ ਜਾਂ 6ਵੀਂ ਜਾਂ 7ਵੀਂ 'ਚ, ਲੇਕਿਨ ਇੰਨੀ ਸੈਂਸ ਜ਼ਰੂਰ ਸੀ ਕਿ ਇਹਨਾਂ ਨੇ ਸਾਨੂੰ ਬੁਲਾਇਆ, ਅਸੀਂ ਇੱਥੇ ਕੁਝ ਕੀਤਾ ਵੀ ਇਹਨਾਂ ਵਾਸਤੇ, ਲੇਕਿਨ ਅਲਟੀਮੇਟਲੀ ਸਾਨੂੰ ਕਹਿੰਦੇ ਕਿ ਤੁਸੀਂ ਬਰਾਂਡੇ 'ਚ ਜਾ ਕੇ ਬੈਠੋ, ਜਿਹੜਾ ਕਿ ਜੁੱਤੀਆਂ ਦੀ ਥਾਂ ਸੀ। ਇਹ ਮੇਰਾ ਸਖਤ ਤਜਰਬਾ ਸੀ ਪਹਿਲਾ। ਛੂਆਛਾਤ ਤਾਂ ਨਾਰਮਲੀ ਹੁੰਦੀ ਸੀ, ਲੇਕਿਨ ਪਰਟੀਕੁਲਰਲੀ ਸਾਨੂੰ ਇਨਸਲਟ ਕੀਤਾ ਗਿਆ। ਉਹ ਜਦੋਂ ਤੁਹਾਨੂੰ ਇਹ ਲੱਗਾ ਕਿ ਧਰਮ ਦੇ ਵਿੱਚ ਵੀ ਇਹ ਜਿਹੜੀ ਚੀਜ਼ ਆ ਉਹ ਪੇਸ਼ ਕੀਤੀ ਜਾ ਰਹੀ ਆ, ਤੁਹਾਨੂੰ ਉਹਦੇ ਵਿੱਚ ਵੀ ਸਹਿਣਾ ਪੈ ਰਿਹਾ। ਅੱਛਾ, ਇਹ ਤਾਂ ਹੋ ਗਏ ਕੁਝ ਤਜਰਬੇ ਤੁਹਾਡੇ ਜਿਹੜੇ ਤੁਸੀਂ ਕਰਦੇ ਰਹੇ। ਸਟੱਡੀ ਵੀ ਕੀਤੀ ਮਿੱਥ ਕੇ ਕੁਝ, ਜਿਵੇਂ ਤੁਸੀਂ ਦੱਸਿਆ ਕਿ ਵੀ ਤੁਸੀਂ ਸਿੱਖ ਧਰਮ ਦੀ ਸਟੱਡੀ ਕੀਤੀ, ਕੁਝ ਹਿੰਦੂ ਧਰਮ ਦੀ ਕੀਤੀ। ਉਹ ਬਾਅਦ ਦੀ ਗੱਲ। ਦੇਖੋ ਜਿੰਨਾ ਚਿਰ ਮੈਂ ਕਾਲਜ ਫਿਨਿਸ਼ ਨਹੀਂ ਕਰ ਲਿਆ, ਆਈ ਵਾਸ ਬਿਜ਼ੀ ਵਿਦ ਮਾਈ ਸਟੱਡੀ। ਇਹ ਚੌਥੀ, 5ਵੀਂ, 6ਵੀਂ, 7ਵੀਂ, 8ਵੀਂ ਤਾਂ ਸਾਡਾ ਧਾਰਮਿਕ ਲੈਸਨ ਸੀ, ਇੱਕ ਧਾਰਮਿਕ ਦਾ ਪੀਰੀਅਡ ਸੀ। ਅੱਛਾ। ਸਾਨੂੰ ਬਾਣੀ ਯਾਦ ਕਰਨੀ ਪੜਦੀ ਔਰ ਦੂਸਰੇ ਦਿਨ ਜਾ ਕੇ ਸੁਣਾਉਣੀ ਪੈਂਦੀ ਸੀ, ਜਾਂ ਗਿਆਨੀ ਜੀ ਦੇ ਲੈਕਚਰ ਸੁਣਨੇ ਪੈਂਦੇ। ਔਰ ਫਿਰ ਕਾਲਜ ਮੈਂ ਚਲਾ ਗਿਆ, ਉੱਥੇ ਇਹ ਚੀਜ਼ ਨਹੀਂ ਸੀ। ਹਾਲਾਂਕਿ ਉਹ DAV ਕਾਲਜ ਸੀ ਆਰੀਆ ਸਮਾਜੀਆਂ ਦਾ, ਲੇਕਿਨ ਸਾਨੂੰ ਹਿੰਦੂ ਧਰਮ ਨਹੀਂ ਸਿਖਾਇਆ ਜਾਂਦਾ ਸੀ।
तो इस करके मेरा फिर धर्म ਦੇ ਇਹਦੇ ਨਾਲ ਲਿੰਕ ਖਤਮ ਹੋ ਗਿਆ। ਅੱਛਾ। ਹਾਂ ਤਜਰਬੇ ਹੁੰਦੇ ਰਹੇ। ਤਜਰਬੇ ਇਹ ਹੁੰਦੇ ਰਹੇ ਕਿ ਜਦੋਂ ਮੈਂ 8ਵੀਂ 9ਵੀਂ 10ਵੀਂ ਚ ਖਾਲਸਾ ਸਕੂਲ ਜੰਡਿਆਲੇ ਸੀ, ਉੱਥੇ ਮੈਨੂੰ ਹੋਸਟਲ ਚ ਰਹਿਣਾ ਪਿਆ। ਲੇਕਿਨ ਉੱਥੇ ਦਾ ਜਿਹੜਾ ਸਾਡਾ ਚਪੜਾਸੀ ਸੀ, ਜਿਹੜਾ ਉੱਥੇ ਦਾ ਉਹ ਕੁੱਕ ਸੀ, ਉਹ ਮੈਨੂੰ ਮੇਰੇ ਬਰਤਨ ਕਹਿੰਦਾ ਸੀ ਤੂੰ ਆਪ ਸਾਫ਼ ਕਰ, ਮੈਂ ਤੇਰੇ ਬਰਤਨ ਨਹੀਂ ਸਾਫ਼ ਕਰ ਸਕਦਾ। ਉਹ ਜਿਹੜਾ ਜਾਤੀਵਾਦ ਵਾਲਾ ਕੰਮ ਉੱਥੇ ਵੀ ਸੀ। ਇਸੇ ਤਰ੍ਹਾਂ ਜਦੋਂ ਮੈਂ DAV ਕਾਲਜ ਜਲੰਧਰ ਗਿਆ, ਹਾਲਾਂਕਿ ਮੈਨੂੰ ਇੱਕ ਸਿੱਖ ਟੀਚਰ ਜਿਹੜਾ ਸੀ ਮੇਰਾ 9ਵੀਂ 10ਵੀਂ ਦੇ ਦੌਰਾਨ, ਉਹਦੀ ਕਿਰਪਾ ਨਾਲ ਹੀ ਮੈਂ DAV ਕਾਲਜ ਦਾਖਲ ਹੋਇਆ, ਕਿਉਂਕਿ ਉਹ ਮੈਨੂੰ ਲੈ ਕੇ ਗਿਆ ਜਲੰਧਰ ਕਿ ਕਾਕਾ ਇਹ ਮੇਰਾ ਘਰ ਹੈ, ਇਹਦੇ ਵਿੱਚ ਤੂੰ ਰਹਿਣਾ, ਤੂੰ ਪੜ੍ਹ। ਕਿਉਂਕਿ ਮੇਰਾ ਪੜ੍ਹਾਈ ਦਾ ਤਾਂ ਕੋਈ ਵੈਸੇ ਪ੍ਰੋਗਰਾਮ ਹੀ ਨਹੀਂ ਸੀ, ਗਰੀਬ ਬੰਦੇ ਸੀ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਉਹ ਵੀ ਬੜੀ ਇੱਕ ਇੰਟਰਸਟਿੰਗ ਸਟੋਰੀ ਹੈ, ਹਾਊ ਇਟ ਆਲ ਹੈਪਨ। ਚਲੋ ਉਹ ਨਹੀਂ ਮੈਂ ਗੱਲ ਕਰਦਾ, ਲੇਕਿਨ ਮੈਂ ਉਹਨਾਂ ਦੇ ਬੱਚਿਆਂ ਨਾਲ ਖਾਣਾ ਖਾਂਦਾ ਸੀ, ਅਸੀਂ ਇੱਕ ਟੇਬਲ ਤੇ ਖਾਣਾ ਖਾਂਦੇ ਸੀ। ਲੇਕਿਨ ਜਿਹੜਾ ਉਹਨਾਂ ਦਾ ਕੁੱਕ ਸੀ ਉਹ ਬ੍ਰਾਹਮਣ ਸੀ। ਉਹ ਕਹਿੰਦਾ ਸੀ ਮੈਂ ਤੇਰੇ ਬਰਤਨ ਸਾਫ਼ ਨਹੀਂ ਕਰਾਂਗਾ। ਇਹ ਤਜਰਬੇ ਮੈਨੂੰ ਹੁੰਦੇ ਰਹੇ ਆ ਨਾਲ ਹੀ ਨਾਲ, ਲੇਕਿਨ ਮੈਂ ਕਿਉਂਕਿ ਮੈਨੂੰ ਜ਼ਰੂਰਤ ਸੀ, ਮੈਨੂੰ ਸਭ ਕੁਝ ਟੋਲਰੇਟ ਕਰਨਾ ਪੈਂਦਾ ਸੀ, ਔਰ ਥੋੜਾ ਜਿਹੀ ਮੈਂਟੈਲਿਟੀ ਵੀ ਬਣੀ ਸੀ। ਅਸੀਂ ਰੋਜ਼ ਹੀ ਇਹ ਦੇਖਦੇ ਸੀ ਕਿ ਤਾਂ ਹੁੰਦਾ ਹੀ ਹੈ, ਸਰੈਂਡਰ ਕਰ ਦਿੰਦੇ ਸੀ। ਹਾਂ ਇਹ ਹੈ। ਲੇਕਿਨ ਜਦੋਂ ਮੈਂ ਜਾ ਕੇ ਦਿੱਲੀ ਜੌਬ ਤੇ ਲੱਗਾ, ਫਿਰ ਮੈਨੂੰ ਇਹ ਰਿਵੋਲਟ ਦੀ ਸੈਂਸ ਪੈਦਾ ਹੋਈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਕਿਤਾਬਾਂ ਪੜ੍ਹ ਕੇ, ਉਹਦੇ ਥੋੜੀ ਬਹੁਤੀ ਸੰਗਤ ਦੇ ਵਿੱਚ ਆ ਕੇ ਤਾਂ ਇਹ ਪਤਾ ਲੱਗਾ ਕਿ ਬਈ ਨੋ, ਜਿਸ ਸਮਾਜ ਦਾ ਤੁਹਾਨੂੰ ਸਤਿਕਾਰ ਨਹੀਂ ਹੈ, ਬਰਾਬਰਤਾ ਦਾ ਤੁਹਾਨੂੰ ਡਿਗਨਿਟੀ ਨਹੀਂ ਹੈ, ਉਹਦੇ ਵਿੱਚ ਤੁਹਾਨੂੰ ਰਹਿਣਾ ਨਹੀਂ ਚਾਹੀਦਾ। ਸੋ ਮਨ ਦੇ ਵਿੱਚ ਇਹ ਗੱਲਾਂ ਜ਼ਰੂਰ ਆਉਣੀਆਂ ਸੀ ਕਿ ਧਾਰਮਿਕ ਪ੍ਰਚਾਰ ਜ਼ਰੂਰ ਹੁੰਦਾ, ਧਰਮ ਦੀਆਂ ਗੱਲਾਂ ਜ਼ਰੂਰ ਕੀਤੀਆਂ ਜਾਂਦੀਆਂ, ਪਰ ਪ੍ਰੈਕਟਿਸ ਨਹੀਂ ਕੀਤੀ ਜਾਂਦੀ। ਜਦੋਂ ਤੁਸੀਂ ਸਮਾਜ ਦੇ ਵਿੱਚ ਅਸਲ 'ਚ ਜਾ ਕੇ ਵਿਚਰਦੇ ਸੀ, ਉਸ ਵੇਲੇ ਤੁਹਾਨੂੰ ਲੱਗਦਾ ਸੀ ਕਿ ਨਹੀਂ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਕਿ ਐਕਸ਼ਨ ਇਜ਼ ਮੋਰ ਇੰਪੋਰਟੈਂਟ, ਵਰਡਸ ਹੈਵ ਨੋ ਮੀਨਿੰਗ। ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਤ ਪਾਤ ਦਾ ਖੰਡਨ ਕੀਤਾ ਗਿਆ। ਖੰਡਨ ਕੀਤਾ ਗਿਆ, ਇਹ ਨਹੀਂ ਕਿ ਗੁਰੂ ਜੀ ਉਹਨਾਂ ਦੇ ਮਤਲਬ ਸਾਇਲੈਂਟ ਹੈ, ਕਿਉਂਕਿ ਹਿੰਦੂ ਧਰਮ ਤੇ ਇਹਦੀ ਪ੍ਰੀਚਿੰਗ ਹੁੰਦੀ ਹੈ, ਲੇਕਿਨ ਸਿੱਖ ਧਰਮ 'ਚ ਇਹਨੂੰ ਕੰਡੈਮ ਜ਼ਰੂਰ ਕੀਤਾ ਗਿਆ। ਲੇਕਿਨ ਅਨਫੋਰਚੂਨੇਟਲੀ ਇਹ ਮੈਨੂੰ ਕਹਿਣ ਦੇ ਵਿੱਚ ਥੋੜਾ ਜਿਹਾ ਦੁੱਖ ਵੀ ਹੋ ਰਿਹਾ ਕਿ ਕਿਸੇ ਵੀ ਸਟੇਜ ਦੇ ਵਿੱਚ ਰਾਈਟ ਫਰੋਮ ਦਾ ਗੁਰੂਜ਼ ਟਾਈਮ ਇਸ ਨੂੰ ਪ੍ਰੈਕਟਿਸ ਵਿੱਚ ਨਹੀਂ ਲਿਆਂਦਾ ਗਿਆ। ਇਹ ਜਿਹੜੀ ਤੁਹਾਡੀ ਗੁਰਦੁਆਰੇ ਦੇ ਵਿੱਚ ਲੰਗਰ ਦੀ ਪ੍ਰਥਾ ਹੈ, ਇਹ ਵੀ ਕਿਉਂਕਿ ਆਮ ਤੌਰ ਤੇ ਅਸੀਂ ਗੁਰਦੁਆਰੇ ਦੇ ਪਾਸ ਹੀ ਨਹੀਂ ਫਟਕ ਸਕਦੇ ਸੀ, ਤਾਂ ਲੰਗਰ ਦੇ ਵਿੱਚ ਖਾਣਾ ਖਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੇ। ਯਾਨੀ ਥਿਊਰੀ ਹੈ ਇਹ ਜ਼ਰੂਰ, ਲੇਕਿਨ ਪ੍ਰੈਕਟਿਸ ਵਿੱਚ ਨਹੀਂ ਹੈ। ਅਗਰ ਤੁਸੀਂ ਹੁਣ ਵੀ ਤੁਸੀਂ ਬਹੁਤਿਆਂ ਗੁਰਦੁਆਰਿਆਂ ਵਿੱਚ ਦੇਖਦੇ ਹੋਵੋਗੇ ਪੰਜਾਬ ਦੇ ਵਿੱਚ ਕਿ ਅਲੱਗ ਪੰਕਤੀਆਂ ਲੱਗਣੀਆਂ ਅੱਜ 21st ਸੈਂਚੁਰੀ ਵਿੱਚ ਵੀ। ਖੈਰ ਮੇਰਾ ਉਹਦੇ ਨਾਲ ਕੋਈ ਇੰਨਾ ਲੰਬਾ ਚੌੜਾ ਹੁਣ ਤੱਕ ਨਹੀਂ ਹੈ, ਕਿਉਂਕਿ ਮੈਂ ਅੱਜ ਔਰ ਇਸ ਕਰਕੇ ਫਿਰ ਜਦੋਂ ਮੈਂ ਜੌਬ ਤੇ ਸੀ ਤਾਂ ਫੁਰਸਤ ਵੀ ਸੀ, ਤਾਂ ਫਿਰ ਮੈਂ ਕਿਹਾ ਕਿ ਹੁਣ ਕੀ ਕੀਤਾ ਜਾਵੇ। ਅੱਛਾ, ਇਹ ਧਰਮ ਨੂੰ ਤਾਂ ਛੱਡਣਾ ਤੇ ਹੁਣ ਅਪਣਾਇਆ ਕੀ ਜਾਵੇ। ਸੋ ਤੁਸੀਂ ਉਸ ਵੇਲੇ ਸਟੱਡੀ ਕਰਨੀ ਸ਼ੁਰੂ ਕੀਤੀ, ਮਿੱਥ ਕੇ ਧਰਮਾਂ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਆਈ ਰੈਡ ਲੋਟ ਅਬਾਊਟ ਕ੍ਰਿਸਚੀਅਨਿਟੀ, ਕ੍ਰਿਸਚੀਅਨ ਫਰੈਂਡਸ ਵੀ ਸੀ ਮੇਰੇ। ਅੱਛਾ। ਤੇ ਮੁਸਲਮਾਨਾਂ ਦੇ ਕੁਰਾਨ ਵੀ ਦੇਖੀ ਉਹਨਾਂ ਦਿਨਾਂ 'ਚ ਥੋੜੀ ਬਹੁਤ ਜਿਸ ਤਰ੍ਹਾਂ ਸੀ। ਤੋ ਹਰ ਇੱਕ ਦੇ ਵਿੱਚ ਮੈਂ ਇਹ ਕੁਛ ਨਾ ਕੁਛ, ਕਿਉਂਕਿ ਉਸ ਵੇਲੇ ਜਿਹੜੀ ਸੀ ਸਿਰਫ ਟੱਚੇਬਿਲਿਟੀ ਅਨਟੱਚੇਬਿਲਿਟੀ ਦਾ ਸਵਾਲ ਨਹੀਂ ਰਿਹਾ, ਬਾਕੀ ਵੀ ਸੈਟਿਸਫੈਕਸ਼ਨ ਸੀ ਕਿ ਇਹ ਧਰਮ ਜੋ ਕੁਛ ਕਹਿ ਰਿਹਾ ਇਹ ਠੀਕ ਵੀ ਹੈ। ਕਿਆ ਮੇਰੀ ਜਿਹੜੀ ਡਿਗਨਿਟੀ ਹੈ ਜਾਂ ਮੇਰੀ ਕਾਮਨ ਸੈਂਸ ਹੈ ਜਾਂ ਮੇਰੀ ਆਪਣੀ ਫਰੀडम ਹੈ, ਕਿਆ ਉਹਦੇ ਤੇ ਤਾਂ ਇਹ ਡਾਕਾ ਨਹੀਂ ਮਾਰ ਰਿਹਾ। ਉਹ ਜਦੋਂ ਫਿਰ ਮੈਂ ਇਹ ਦੇਖਿਆ, ਉਹ ਫਿਰ ਮੈਨੂੰ ਸੁਣਨਾ ਪਿਆ ਇਹ ਵੀ ਛੱਡਦੇ, ਇਹ ਵੀ ਫਜ਼ੂਲ ਹੈ, ਇਹਦੇ 'ਚ ਵਹਿਮ ਹੈ, ਉਹ ਕਰਕੇ ਫਿਰ ਅਲਟੀਮੇਟਲੀ ਮੈਂ ਬਹਾਈ ਧਰਮ ਦੇ ਟੱਚ ਵਿੱਚ ਆ ਗਿਆ। ਅੱਛਾ। ਹਾਂ। ਉਹਨਾਂ ਦਾ ਨੈਸ਼ਨਲ ਹੈੱਡਕੁਆਰਟਰ ਹੈ ਦਿੱਲੀ, ਉਹਨਾਂ ਦਾ ਅੱਜ ਕੱਲ੍ਹ ਉਹ ਲੋਟਸ ਟੈਂਪਲ ਹੈ ਉਹਨਾਂ ਦੇ ਬਣਾਇਆ, ਉਹਨਾਂ ਦੇ ਫਿਰ ਮੈਂ ਵੀਕਲੀ ਮੀਟਿੰਗ ਦੇ ਵਿੱਚ ਮੈਂ ਉਹਨੂੰ ਅਟੈਂਡ ਕਰਨਾ ਸ਼ੁਰੂ ਕੀਤਾ। ਅੱਛਾ। ਔਰ ਮੈਂ ਉਸ ਨੂੰ ਬਹੁਤ ਲਾਈਕ ਕੀਤਾ। ਔਰ ਅਗਰ ਮੈਂ ਇੰਡੀਆ 'ਚ ਹੁੰਦਾ ਤਾਂ ਸ਼ਾਇਦ ਮੈਂ ਬਹਾਈ ਹੋ ਹੀ ਗਿਆ ਹੁੰਦਾ ਹੈ।
ਲੇਕਿਨ ਉਹਦੇ ਬਾਅਦ ਫਿਰ ਮੇਰਾ ਕੈਨੇਡਾ ਦਾ ਸਿਸਟਮ ਬਣ ਗਿਆ। ਕੈਨੇਡਾ ਦਾ ਸਿਸਟਮ ਬਣ ਗਿਆ, ਇੱਥੇ ਆ ਕੇ ਤਾਂ ਬਿਲਕੁਲ ਹੀ ਇੱਕ ਤਰ੍ਹਾਂ ਦੀ ਫਰੀडम ਹੋ ਗਈ, ਕਿਸੇ ਕਿਸਮ ਦਾ ਕੋਈ ਨਹੀਂ। ਲੇਕਿਨ ਕੁਝ ਸ਼ੁਰੂ ਤਾਂ ਸੈੱਟ ਹੋਣਾ ਹੈ ਕਿਸ ਤਰ੍ਹਾਂ ਕੋਈ ਜੌਬ ਢੂੰढਣੀ ਹੈ ਕਿਸੇ ਪਾਸੇ। तो इतफाक नाल मैं एक आई थिंक बस में एक इश्तिहार पढ़िया अबाउट ब्रिटिश कोलंबिया ह्यूमनिस्ट एसोसीएशन। ना ह्यूमनिस्ट वर्ड मैंने बहुत पसंद सी, अच्छा। ये सब कुछ मैं पढ़ता सी। ओहो मैं क्या वे ये मैंबर बनना और फिर मैं बनना। वो तो बाद तो फिर समझ लो ये सोच विचार दे विच एक इनकलाब ही आ गया। ਖੁਸ਼ਰਾਮ ਜੀ, ਮੈਂ ਉਧਰ ਵੀ ਜਾਣਾ ਚਾਹੁੰਦੀ ਹਾਂ, ਪਰ ਮੈਂ ਇੱਕ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਥੋੜਾ ਜਿਹਾ ਕਿ ਜਿਹੜਾ ਆਰਗੇਨਾਈਜ਼ਡ ਰਿਲੀਜਨ ਆ, ਜਦੋਂ ਉਹ ਚੀਜ਼ ਬਣ ਜਾਂਦੀ ਆ ਉਸ ਵੇਲੇ ਕੰਮ ਖਰਾਬ ਹੋ ਜਾਂਦਾ ਹੈ। ਉਸ ਵੇਲੇ ਇੰਟਰਪ੍ਰੀਟੇਸ਼ਨ ਵੀ ਗਲਤ ਹੁੰਦੀ ਆ, ਉਦੋਂ ਪ੍ਰੈਕਟਿਸਿਸ ਵੀ ਗਲਤ ਹੋਣੀਆਂ ਸ਼ੁਰੂ ਹੁੰਦੀਆਂ। ਪਰ ਤੁਸੀਂ ਕਿਹਾ ਕਿ ਤੁਸੀਂ ਬਹਾਈ ਧਰਮ ਜਿਹੜਾ ਸੀ ਉਹ ਤੁਸੀਂ ਅਪਣਾ ਹੀ ਲਿਆ ਸੀ ਆਲਮੋਸਟ, ਪਰ ਕਿਉਂਕਿ ਤੁਹਾਡਾ ਆਉਣਾ ਜਾਣਾ ਨਹੀਂ ਰਹਿ ਗਿਆ, ਤੁਹਾਡੀ ਐਸੋਸੀਏਸ਼ਨ ਨਹੀਂ ਰਹੀ, ਇਸ ਕਰਕੇ ਇੱਥੇ ਆ ਕੇ ਉਹ ਚੀਜ਼ ਪ੍ਰੈਕਟਿਸ 'ਚ ਨਹੀਂ ਰਹੀ। ਮੈਂ ਸਵਾਲ ਤੁਹਾਨੂੰ ਇਹ ਕਰਨਾ ਚਾਹੁੰਦੀ ਹਾਂ ਕਿ ਤੁਹਾਨੂੰ ਲੱਗਦਾ ਕਿ ਵੀ ਆਰਗੇਨਾਈਜ਼ਡ ਰਿਲੀਜਨ ਤੋਂ ਬਗੈਰ ਕੋਈ ਕਿਸੇ ਰਿਲੀਜਨ ਦੀ ਪ੍ਰੈਕਟਿਸ ਕੀਤੀ ਨਹੀਂ ਜਾ ਸਕਦੀ? ਕਿਉਂਕਿ ਤੁਸੀਂ ਵੀ ਛੱਡ ਦਿੱਤੀ ਉਹ ਚੀਜ਼ ਇੱਥੇ ਆ ਕੇ, ਕਿਉਂਕਿ ਸੰਗਤ ਨਹੀਂ ਮਿਲੀ ਤੁਹਾਨੂੰ। ਇਹ ਇੱਥੇ ਆ ਕੇ ਵੀ ਮੈਂ ਕੋਸ਼ਿਸ਼ ਕੀਤੀ ਕਿ ਇੱਥੇ ਅਗਰ ਬਹਾਈ ਸੈਂਟਰ ਹੋਈ ਤਾਂ ਮੈਂ ਉੱਥੇ ਜਾਵਾਂ। ਸੋ ਜ਼ਰੂਰੀ ਹੈ ਕੋਈ ਆਰਗੇਨਾਈਜੇਸ਼ਨ ਤੇ ਐਸੋਸੀਏਸ਼ਨ? ਮੈਂ ਪਿੱਛੇ ਕਹਿ ਚੁੱਕਾ ਕਿ ਜਿਹੜਾ ਇਨਸਾਨ ਹੈ ਇਹ ਸੋਸ਼ਲ ਐਨੀਮਲ ਹੈ, ਇਹਨੂੰ ਸੁਸਾਇਟੀ ਦੀ ਜ਼ਰੂਰਤ ਹੈ, ਉਹਦੇ ਵਿੱਚ ਤਾਂ ਉਹਨੂੰ ਰਹਿਣਾ ਹੀ ਰਹਿਣਾ ਹੈ। ਤਾਂ ਇੱਥੇ ਆ ਕੇ ਮੈਂ ਕੋਸ਼ਿਸ਼ ਕੀਤੀ, ਲੇਕਿਨ ਚੂੰਕਿ ਉਹ ਜ਼ਿਆਦਾ ਈਰਾਨੀਅਨ ਲੋਕ ਸੀ, ਉਹ ਫਾਰਸੀ ਵਿੱਚ ਜ਼ਿਆਦਾ ਉਹਨਾਂ ਦਾ ਸੀ। ਔਰ ਉਹਦੇ ਬਾਅਦ ਫਿਰ ਮੈਂ ਜਦੋਂ ਇੱਥੇ ਆ ਕੇ ਫਿਰ ਜਦੋਂ ਮੇਰਾ ਇਹਦੇ ਨਾਲ ਤਾਲੁਕ ਹੋ ਗਿਆ ਹਿਊਮਨਿਸਟ ਐਸੋਸੀਏਸ਼ਨ ਨਾਲ, ਤੇ ਫਿਰ ਉਹਦੇ ਵਿੱਚ ਇੱਕ ਪ੍ਰਿੰਸੀਪਲ ਨੇ ਇਹ ਦੇਖਿਆ ਕਿ ਜਿਹੜਾ ਕਿਸੇ ਵੀ ਆਦਮੀ ਦਾ ਇਹ ਕਲੇਮ ਹੈ ਕਿ ਮੈਂ ਰੱਬ ਦਾ ਖਾਸ ਬੰਦਾ ਹੈ, ਅੱਛਾ, ਚਾਹੇ ਅਵਤਾਰ ਕਹਿ ਲਓ ਉਹਨੂੰ, ਚਾਹੇ ਗੁਰੂ ਕਹਿ ਲਓ, ਚਾਹੇ ਪੈਗੰਬਰ ਕਹਿ ਲਓ, ਚਾਹੇ ਰਿਸ਼ੀ ਕਹਿ ਲਓ, ਕੁਛ ਵੀ ਕਹਿ ਲਓ, ਇਹ ਚੀਜ਼ ਜਿਹੜਾ ਹੈ ਇਹ ਗਲਤ ਕਲੇਮ ਹੈ। ਮੈਂ ਇਸ ਨਤੀਜੇ ਤੇ ਪਹੁੰਚ ਗਿਆ, ਇਸ ਨਤੀਜੇ ਤੇ ਪਹੁੰਚਿਆ ਕਿ ਇਹ ਗੱਲ ਜ਼ਰੂਰ ਹੈ ਕਿ ਬਹੁਤ ਗਿਆਨਵਾਨ ਹੋ ਸਕਦਾ, ਨੌਲੇਜੇਬਲ ਹੋ ਸਕਦਾ, ਬਹੁਤਾ ਇੰਟੈਲੀਜੈਂਟ ਹੋ ਸਕਦਾ, ਔਰ ਇਸ ਚੀਜ਼ ਵਿੱਚ ਮਹਾਰਤ ਵੀ ਹੋਵੇ। ਲੇਕਿਨ ਉਹਦਾ ਇਹ ਕਲੇਮ ਕਿ ਮੈਂ ਇਹ ਚੀਜ਼ ਮੈਨੂੰ ਰੱਬ ਮੈਸੇਜ ਭੇਜਦਾ ਜਾਂ ਮੈਨੂੰ ਇਹ ਇੰਸਟਰਕਸ਼ਨ ਦੇ ਕੇ ਤੁਹਾਡੇ ਵਿੱਚ ਪ੍ਰਚਾਰ ਕਰਨ ਲਈ, ਤੇ ਇਹ ਗੱਲ ਮੈਂ ਇਹ ਤੋਂ ਵੀ ਮੁਨਕਰ ਹੋ ਗਿਆ। ਅੱਛਾ, ਇੱਕ ਹੋਰ ਚੀਜ਼ ਜਾਨਣਾ ਚਾਹੁੰਦੀ ਹਾਂ। ਔਰ ਉੱਥੋਂ ਹੀ ਸਾਰਾ ਕੁਝ ਐਕਚੁਅਲੀ ਸਭ ਕੁਝ ਉੱਥੋਂ ਹੀ ਪੈਦਾ ਹੋਇਆ, ਕਿਉਂਕਿ ਬਹਾਈ ਧਰਮ ਦਾ ਵੀ ਇਹ ਪ੍ਰੋਫਿਟਹੁੱਡ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ। ਉਹਨਾਂ ਦੇ ਵਿੱਚ ਬਿਊਟੀ ਇਹ ਆ, ਉਹ ਇਹ ਕਹਿੰਦੇ ਆ ਕਿ ਈਸ਼ਵਰ ਜਿਹੜਾ ਹੈ, ਗੀਤਾ ਵਿੱਚ ਵੀ ਵੈਸੇ ਲਿਖਿਆ ਹੈ ਕਿ ਵਕਤਨ ਫਵਕਤਨ ਅਕੋਰਡਿੰਗ ਟੂ ਦ ਰਿਕੁਆਇਰਮੈਂਟ ਆਫ ਦ ਸੋਸਾਇਟੀ ਈਸ਼ਵਰ ਔਰ ਪ੍ਰੋਫਿਟ ਆਉਂਦੇ ਆ। ਔਰ ਲੇਕਿਨ ਉਹਨਾਂ ਦੀ ਬਿਊਟੀ ਇਹ ਆ ਕਿ ਉਹ ਸਾਰੇ ਪ੍ਰੋਫਿਟ ਨੂੰ ਇੱਕੋ ਜਿਹਾ ਕਹਿੰਦੇ ਆ, ਕਿ ਸਭ ਦੀ ਸਿੱਖਿਆ ਇੱਕੋ ਜਿਹੀ ਆ ਔਰ ਬੇਸਿਕਲੀ ਸੇਮ ਹੀ ਹੈ। ਔਰ ਬਹਾਈ ਮੀਟਿੰਗ ਦੇ ਵਿੱਚ ਕਮ ਸੇ ਕਮ ਦਿੱਲੀ ਅਸੀਂ ਸਾਰੇ ਧਰਮਾਂ ਦੀਆਂ ਕਿਤਾਬਾਂ ਟੇਬਲ ਤੇ ਹੁੰਦੀਆਂ ਸੀ, ਔਰ ਹਰ ਇੱਕ ਨੂੰ ਇਹ ਇਜਾਜ਼ਤ ਸੀ ਕੁਝ ਉਹਨੇ ਵਿੱਚੋਂ ਪੜ੍ਹੇ, ਬਾਈਬਲ ਵਿੱਚ ਵੀ ਕੁਝ ਪੜ੍ਹ ਕੇ ਸੁਣਾਵੇ, ਕੁਰਾਨ ਚੋਂ ਵੀ, ਗੀਤਾ ਵਿੱਚੋਂ ਵੀ। ਔਰ ਉਹਦੇ ਵਿੱਚ ਵੈਸੇ ਸਿੱਖ ਕੋਈ ਮੈਂਬਰ ਨਹੀਂ ਸੀ, ਜ਼ਰੂਰ ਸੀ, ਮੈਂ ਕਦੀ ਪੜ੍ਹ ਕੇ ਸੁਣਾਉਂਦੇ ਸੀ ਕਿ ਇਹ ਵੀ ਸ਼ਬਦ ਹੈ। ਇੰਨੀ ਯਾਨੀ ਉਹਦੇ ਵਿੱਚ ਖੁੱਲ੍ਹ ਸੀ। ਲੇਕਿਨ ਉਹਦੇ ਵਿੱਚ ਇੱਕ ਤਾਂ ਉਹ ਇਸਲਾਮ ਦੇ ਬਹੁਤ ਸਾਰੇ ਜਿਹੜੇ ਪ੍ਰਿੰਸੀਪਲ ਸੀ ਨਾ, ਜੈਸੇ ਨਮਾਜ਼ ਵਗੈਰਾ ਪੜ੍ਹਨੀ ਹੈ ਹੁਣ ਉਹ, ਔਰ ਇਹਦੇ ਬਾਅਦ ਖਾਸ ਕਰਕੇ ਪ੍ਰੋਫਿਟਹੁੱਡ ਵਿੱਚ ਜਿਹੜਾ ਵੀ, ਲੇਕਿਨ ਉਹਨਾਂ ਦਾ ਵੀ ਇਹ ਵਿਸ਼ਵਾਸ ਸੀ ਕਿ ਬਹਾਉੱਲਾ ਜਿਹੜਾ ਹੈ ਇਹ ਸਾਡਾ ਵੀ ਲਾਸਟ ਪ੍ਰੋਫਿਟ ਹੈ। ਇਹਦੇ ਵਿੱਚ ਇਹ ਪ੍ਰੋਬਲਮ ਹੋ ਗਈ। ਸੋ ਤੁਸੀਂ ਕਿਸੇ ਅਵਤਾਰ ਨੂੰ, ਕਿਸੇ ਗੁਰੂ ਨੂੰ, ਕਿਸੇ ਪ੍ਰੋਫਿਟ ਨੂੰ, ਤੁਸੀਂ ਇੱਕ ਇਨਸਾਨ ਨੂੰ ਉਸ ਰੂਪ ਦੇ ਵਿੱਚ ਸਵੀਕਾਰ ਨਹੀਂ ਕਰਦੇ, ਪਰ ਕਿਸੇ ਪਾਵਰ ਨੂੰ ਜ਼ਰੂਰ ਤੁਸੀਂ, ਐਨਰਜੀ ਨੂੰ ਜਿਹੜੀ ਆ ਉਹਨੂੰ ਸਵੀਕਾਰ ਕੀਤਾ ਕਿ ਨਹੀਂ ਕੀਤਾ? ਉਹ ਇੱਕ ਅਲੱਗ ਇਸ਼ੂ ਹੈ ਵੈਸੇ, ਉਹ ਥੋੜਾ ਜਿਹਾ ਹਾਂ ਇਹਦਾ ਧਰਮ ਨਾਲ ਜ਼ਰੂਰ ਤਾਲੁਕ ਹੈ। ਇਹਦੇ ਵਿੱਚ ਵੀ ਮੈਂ ਇਹ ਸਮਝਦਾ ਕਿ ਜਿਹੜੀ ਇਹ ਨੇਚਰ ਹੈ ਨਾ, ਇਹ ਨੇਚਰ ਆਲ ਕੰਪਰੀਹੈਂਸਿਵ ਹੈ, ਆਲ ਇਨਕਲੂਸਿਵ ਹੈ, ਇਹਦੇ ਵਿੱਚ ਕੋਈ ਕਮੀ ਨਹੀਂ ਹੈ, ਔਰ ਇਹ ਬੈਸਟ ਆਰਗੇਨਾਈਜ਼ਡ ਹੈ। ਲੇਕਿਨ ਇਹਦਾ ਇਹ ਹੈ ਕਿ ਇਹ ਖੁਦ ਹੀ ਪੈਦਾ ਹੋਈ ਆ
सेल्फ ओरिजिनेटेड है, सेल्फ ऑर्गेनाइज्ड है, हारमोनियस है और परफेक्ट है। जिस जो हालात हैं साडे वो नेचर जिहड़े आ ਉਹਦੇ ਜਿਹੜੇ लॉज है वो साडे बिल्कुल माफिक है। सिर्फ उन्होंने समझने की जरूरत है। वो लॉ सिर्फ साइंटिफिक लॉ नहीं है, ਉਹਦੇ ਵਿੱਚ सोशल लॉ भी आउंदे आ, वो भी नेचर का पार्ट जे। और खास कर ਜਿਹੜੀ ਸਾਡੀ ਆਪਣੀ साइकोलॉजी है ਉਹਦੇ भी लॉज है। उन्होंने भी समझना कि इंसान कैसे सोचता है, ये गलतियां कैसे करता है, ये तो बचना कैसे है। और यो जे ईवन कि भाई ये सोशल एनिमल है, ये आपस में मिलने मिलाप के कैसे प्रिंसिपल होने चाहिए, ये भी सारे ये लॉज है। ये मैं नेचर का ही पार्ट समझदा और मैं नेचर के उत्ते पूरा विश्वास रखना और नेचर नू रब ही समझदा। मैं नेचर नू रब ही समझते हो। जो ਜਿਹੜੀਆਂ ਕੁਆਲਿਟੀਜ਼ ਜਾਂ ਜਿਹੜੀਆਂ ਕੁਆਲੀਫਿਕੇਸ਼ਨ ਆਮ ਲੋਕ ਰੱਬ ਨੂੰ ਦਿੰਦੇ ਆ, ਉਹ ਮੈਨੂੰ ਨੇਚਰ ਚੋਂ ਮਿਲ ਰਹੀਆਂ। ਹੁਣ ਕੀ ਕਿਹਾ ਜਾਵੇ ਕਿ ਖੁਸ਼ੀ ਰਾਮ ਜੀ ਨੇ ਮਜ਼ਹਬ ਕੋਈ ਨਹੀਂ ਅਪਣਾਇਆ, ਸਾਰੇ ਮਜ਼ਹਬ ਪੜ੍ਹਨ ਦੀ ਕੋਸ਼ਿਸ਼ ਕੀਤੀ, ਉਹਨਾਂ ਵਿੱਚੋਂ ਕੋਈ ਚੰਗਾ ਲੱਭਣ ਦੀ ਕੋਸ਼ਿਸ਼ ਕੀਤੀ ਤੇ ਅਖੀਰ ਤੇ ਨੇਚਰ ਨੂੰ, ਕੁਦਰਤ ਨੂੰ ਰੱਬ ਕਹਿ ਦਿੱਤਾ। ਖੁਸ਼ੀ ਰਾਮ ਜੀ, ਹੁਣ ਤੁਹਾਨੂੰ ਨਾਸਤਿਕ ਕਹੀਏ ਜਾਂ ਆਸਤਿਕ ਕਹੀਏ? हाँ, this is another problem। हाँ, ਇਹ ਦੇਖੋ, ਨਾਸਤਿਕ ਐਕਚੁਅਲੀ ਇਹ ਹੈ ਕਿ ਤੁਸੀਂ ਰੱਬ ਦੇ ਮਨਖ ਰਹੇ ਬਿਲਕੁਲ ਹੀ। ਤੁਸੀਂ ਜਿਸ ਤਰ੍ਹਾਂ ਰੱਬ ਨਾਲ ਕਹਿੰਦੇ ਪੰਜਾਬੀ ਵਿੱਚ ਅੱਧਾ ਲੈ ਲਿਆ ਨਾ, ਉਹ ਹੈ। ਮੈਂ ਇਹ ਸਮਝਦਾ ਕਿ ਐਕਚੁਅਲੀ ਸਾਡੀ ਇਹ ਪ੍ਰੋਬਲਮ ਨਹੀਂ ਹੈ ਧਰਮ ਦੀ, ਸਾਡੀ ਗੋਡ ਦੀ ਜਿਹੜੀ ਹੈ ਇਹ ਸਾਡੀ ਪ੍ਰੋਬਲਮ ਨਹੀਂ ਹੈ। ਇਹ ਇੱਕ ਕਨਸੈਪਟ ਹੈ, ਇੱਕ ਸਾਡਾ ਹੀ ਕ੍ਰੀਏਟ ਕੀਤਾ ਆ ਔਰ ਇਹਨੂੰ ਕਿਸੇ ਕੰਟਰੋਲ 'ਚ ਰੱਖਣਾ ਉਹ ਸਾਡੇ ਆਪਣੇ ਵੱਸ ਦੀ ਗੱਲ ਹੈ। ਹਾਂ, ਤੁਸੀਂ ਥੋੜ੍ਹਾ ਜਿਹਾ ਨਾਸਤਿਕ ਆਸਤਿਕ ਦੀ ਗੱਲ ਕੀਤੀ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਤੁਹਾਨੂੰ ਧਰਮ ਜਿਹੜਾ ਹੈ ਉਹ ਅਪਣਾਉਣਾ ਬੜਾ ਜ਼ਰੂਰੀ ਹੈ, ਕਿਉਂਕਿ ਜੋ ਕਿ ਤੁਹਾਨੂੰ ਪੁੱਛੇ ਕਿ ਤੁਸੀਂ ਧਰਮ, ਤੁਸੀਂ ਨਾਸਤਿਕ ਕਹੋ ਤਾਂ ਤੁਹਾਡੇ ਨਾਲ ਕੋਈ ਗੱਲ ਹੀ ਕਰਨ ਨੂੰ ਤਿਆਰ ਨਹੀਂ। ਪਹਿਲੀ ਤਾਂ ਗੱਲ ਹੈ, ਤੁਹਾਨੂੰ ਅੱਛਾ ਨਹੀਂ ਸਮਝਣ। और एक्चुअली मैं नास्तिक इस वास्ते नहीं क्योंकि मैं रब नाल कोई मेरा किसी का वैर नहीं है। मैं ਉਹਦੇ मतलब वरी नहीं करना चाहता। एक्चुअली मैं ये समझदा कि ये प्रॉब्लम है ये साडी सेल्फ क्रिएटेड प्रॉब्लम है। एक्चुअली ये प्रॉब्लम है नहीं। इस मामले तथागत बुद्ध का ਜਿਹੜਾ ਵਿਸ਼ਵਾਸ ਹੈ ਉਹ ਉਹਦੇ ਤੇ ਮੈਂ ਹੈ ਔਰ ਅਲਟੀਮੇਟਲੀ ਫॉर द ਸੇਕ ਆਫ ਸੋਸ਼ਲ ਰਿਲੇਸ਼ਨਸ਼ਿਪਸ ਉਹ ਮੈਂ ਬੁੱਧ ਧਰਮ ਨੂੰ ਅਪਣਾਇਆ। ਹੁਣ ਮੈਨੂੰ ਅਗਰ ਕੋਈ ਪੁੱਛੇ ਕਿ ਤੁਹਾਡਾ ਧਰਮ ਕੀ ਹੈ ਤਾਂ ਸਟੇਟ ਵੇ ਮੈਂ ਕਹਿੰਦਾ ਕਿ ਬੁੱਧਿਜ਼ਮ ਹੈ। ਔਰ ਬੁੱਧਿਜ਼ਮ ਜਿਹੜਾ ਹੈ, ਹੁਣ ਤੁਸੀਂ ਮਨੁੱਖਤਾ ਨਹੀਂ ਕਹਿੰਦੇ ਕਿਉਂਕਿ BC ਹਿਊਮਨ ਐਸੋਸੀਏਸ਼ਨ ਦੇ ਨਾਲ ਤੁਸੀਂ ਉਹ ਕਿਉਂਕਿ ਮਨੁੱਖਤਾ ਜਿਹੜਾ ਉਹ ਇੱਕ ਇਹ ਫਿਲਾਸਫੀ ਆ। ਹਾਂ, ਹਿਊਮਨਿਜ਼ਮ ਇੱਕ ਫਿਲਾਸਫੀ ਹੈ, ਉਹ ਧਰਮ ਨਹੀਂ ਹੈ। ਅੱਛਾ, ਹਾਂ, ਜਿਹੜਾ ਫॉर ਜਿਹੜੀ ਸੁਸਾਇਟੀ ਵਾਸਤੇ, ਸੁਸਾਇਟੀ ਵਿੱਚ ਵਿਚਰਨ ਵਾਸਤੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਆਰਗੇਨਾਈਜ਼ਡ ਰਿਲੀਜਨ ਹੈ। ਜ਼ਰੂਰਤ ਹੈ। ਯੈਸ, ਉਹਦਾ ਪਾਰਟ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਸੇ ਸੁਸਾਇਟੀ ਦਾ। ਔਰ ਮੈਂ ਸੋ ਕੱਲੇ ਮਨੁੱਖ ਹੋ ਕੇ ਨਹੀਂ ਤੁਸੀਂ ਵਿਚਰ ਸਕਦੇ। ਇਹ ਤਾਂ ਬਹੁਤ ਇਨਫੈਕਟ ਸਾਡੇ ਲਈ ਹੁਣ ਮੇਰੇ ਲਈ ਇਹੀ ਪ੍ਰੋਬਲਮ ਹੈ ਕਿ ਮੈਂ ਬੁੱਧਿਸਟ ਹਾਂ ਔਰ ਦੂਸਰੇ ਧਰਮ ਦੇ ਵਿੱਚ ਮੇਰਾ ਵਿਸ਼ਵਾਸ ਨਹੀਂ ਹੈ, ਬਲਕਿ ਬੜੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਅਗਰ ਕਿਸੇ ਤੁਸੀਂ ਹੋਰ ਧਰਮ ਸਥਾਨ 'ਤੇ ਜਾਂਦੇ ਆ ਤੁਹਾਨੂੰ ਐਸੀ ਚੀਜ਼ਾਂ ਕਰਨੀਆਂ ਪੈਂਦੀਆਂ ਜਿਹੜੇ ਤੁਹਾਡਾ ਦਿਮਾਗ ਕਹਿੰਦਾ ਨੋ ਇਹ ਠੀਕ ਨਹੀਂ ਹੈ ਬਈ, ਇਹ ਨਹੀਂ ਕਰਨੀ ਚਾਹੀਦੀ। ਉਹ ਇਸ ਕਰਕੇ ਉਹ ਵੀ ਮਜਬੂਰੀ ਹੋ ਗਈ। ਮੈਂ ਹੁਣ ਜਿਸ ਤਰ੍ਹਾਂ ਅਸੀਂ ਕਿਸੇ ਮੰਦਿਰ 'ਚ ਜਾਈਏ ਉੱਥੇ ਕਹੀਏ ਕਿ ਵੀ ਤੁਸੀਂ ਸ਼ਿਵਲਿੰਗ ਦੇ ਉੱਤੇ ਪਾਣੀ ਪਾਓ ਤੇ ਤੁਹਾਡਾ ਜਿਹੜਾ ਇਹ ਸਾਰੇ ਕਾਜ ਪੂਰੇ ਹੋ ਜਾਣਗੇ। ਹੁਣ ਇਹ ਅਗਰ ਤੁਸੀਂ ਨਾ ਪਾਓ ਤੇ ਤਦ ਵੀ ਤੁਹਾਨੂੰ ਲੋਕ ਨਫ਼ਰਤ ਕਰੇ, ਇਹ ਤਾਂ ਬੜਾ ਅਹੰਕਾਰੀ ਆ ਬਈ। ਅਗਰ ਇਹਦੇ ਵਿੱਚ ਵਿਸ਼ਵਾਸ ਤੇ ਨਹੀਂ ਆਇਆ ਹੀ ਕਿਉਂ ਇੱਥੇ, ਉਹ ਇਸ ਕਰਕੇ ਫਿਰ ਅਸੀਂ ਉੱਥੇ ਵੀ ਜਾਣਾ ਬੰਦ ਕਰਤਾ ਕਿਉਂਕਿ ਅਸੀਂ ਉਹ ਚੀਜ਼ਾਂ ਨਹੀਂ ਕਰ ਸਕਦੇ। ਤਾਂ ਉਹ ਅਗਰ ਕਰਦੇ ਆ ਤਾਂ ਆਪਣੀ ਜ਼ਮੀਰ ਨੂੰ ਮਾਰਦੇ ਆ, ਅਗਰ ਨਹੀਂ ਕਰਦੇ ਤੇ ਦੁਨੀਆ ਸਾਨੂੰ ਕਹਿੰਦੀ ਹੈ ਇਹ ਤਾਂ ਬੜਾ ਅਹੰਕਾਰੀ ਹੈ, ਇਹ ਤਾਂ ਮੁਨਕਰ ਹੋਇਆ ਬੈਠਾ। ਦੇਖੋ ਯਾਰ ਅਸੀਂ ਉਹ ਵੀ ਸੁਣਨ ਨੂੰ ਤਿਆਰ ਨਹੀਂ ਹੈ। ਨਹੀਂ, ਉਹ ਵੀ ਬੜਾ ਮੁਸ਼ਕਿਲ ਹੈ, ਸੱਚੀ ਗੱਲ ਹੈ। ਇਸ ਕਰਕੇ ਮੈਂ ਵੀ ਬੁੱਧ ਧਰਮ ਅਪਣਾ ਲਿਆ ਜਾਂ ਕੋਈ ਪੁੱਛੇ। ਔਰ ਮੈਂ ਬੜਾ ਇਸ ਗੱਲ ਤੇ ਫਖਰ ਮਹਿਸੂਸ ਕਰਦਾ ਕਿ ਮੈਨੂੰ ਬੁੱਧ ਧਰਮ ਕਦੀ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਇੰਟੀਫਿਕ ਲਾਅ ਦਾ ਕੋਈ ਤੁਸੀਂ ਨਾ ਮੰਨੋ।
ਇਨਫੈਕਟ ਮੈਂ ਆਪਣੀ ਕਿਤਾਬ 'ਚ ਬੁੱਧਿਸਟ ਲਾਅ ਜਿਹੜੇ ਆ ਉਹਦਾ ਬਹੁਤ ਜ਼ਿਕਰ ਕੀਤਾ। ਜੀ। ਤਥਾਗਤ ਬੁੱਧ ਕਹਿੰਦਾ ਕਿ ਤੁਸੀਂ ਕਿਸੇ ਗੱਲ ਨੂੰ ਇਸ ਵਾਸਤੇ ਨਾ ਮੰਨੋ ਕਿ ਕਿਸੇ ਪੁਸਤਕ ਵਿੱਚ ਲਿਖਿਆ ਜਾਂ ਤੁਹਾਡੇ ਬਜ਼ੁਰਗ ਕਹਿ ਰਹੇ ਆ, ਕਹਿੰਦੇ ਆਏ ਆ, ਹਜ਼ਾਰਾਂ ਸਾਲਾਂ ਤੋਂ ਕਹਿੰਦੇ ਆ ਰਹੇ ਆ। ਇਹ ਆਮ ਤੌਰ ਤੇ ਇਹ ਪ੍ਰਚਲਿਤ ਹੈ। ਇੱਦਾਂ ਦੀਆਂ ਉਹਨੇ ਕਈ ਮਿਸਾਲਾਂ ਦੇ ਕੇ ਕਿਹਾ। ਉਹਨੇ ਕਿਹਾ ਕਿ ਤੁਸੀਂ ਉਹੀ ਗੱਲ ਮੰਨੋ ਜਿਹੜੀ ਤੁਹਾਡੀ ਅਕਲ ਦੇ ਉੱਤੇ ਠੀਕ ਬੈਠਦੀ ਹੈ ਔਰ ਤੁਹਾਡੇ ਲਈ ਯੂਜ਼ਫੁਲ ਹੈ, ਤੁਹਾਡੇ ਸਮਾਜ ਲਈ ਯੂਜ਼ਫੁਲ ਹੈ। ਇਸ ਤੋਂ ਜ਼ਿਆਦਾ ਉਹਨੇ ਮਹਾਤਮਾ ਬੁੱਧ ਨੇ ਤਾਂ ਇੱਥੋਂ ਤੱਕ ਕਿਹਾ ਕਿ ਤੁਸੀਂ ਮੈਨੂੰ ਵੀ, ਮੈਂ ਅਵਤਾਰ ਹੈ ਵੀ ਨਹੀਂ। ਉਹਨੇ ਕਿਹਾ, ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ ਅਵਤਾਰ ਹੈ, ਤੁਸੀਂ ਪੈਗੰਬਰ ਹੈ, ਤੁਸੀਂ ਰਿਸ਼ੀ ਹੈ, ਤੁਸੀਂ ਇਨਸਾਨ ਹੈ? ਕਹਿੰਦਾ ਨਹੀਂ, ਮੈਂ ਇਨਸਾਨ ਵੀ ਨਹੀਂ, ਮੈਂ ਇੱਕ ਪ੍ਰਬੁੱਧ ਇਨਸਾਨ ਹੈ, ਮੈਂ ਐਨਲਾਈਟਨਡ ਬੰਦਾ ਹੈ, ਮੈਨੂੰ ਗਿਆਨ ਹੋ ਚੁੱਕਾ ਥੋੜਾ ਬਹੁਤ, ਇਹੀ ਹੈ। ਔਰ ਮੇਰੇ ਵਰਗੇ ਤੁਸੀਂ ਵੀ ਹੋ ਸਕਦੇ। ਇਹ ਉਹਦੇ 'ਚ ਇਹ ਬਿਊਟੀ ਹੈ। ਉਹਨੇ ਆਪਣੇ ਆਪ ਨੂੰ ਇਹ ਨਹੀਂ ਕਿਹਾ ਕਿ ਮੈਂ ਤੁਹਾਤੋਂ ਕੋਈ ਸੁਪੀਰੀਅਰ ਹੈ। ਉਹਨੇ ਕਿਹਾ ਤੁਸੀਂ ਵੀ ਮੇਰੇ ਬਰਾਬਰ ਹੋ ਸਕਦੇ। ਔਰ ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਅਗਰ ਤੁਸੀਂ ਆਪਣਾ ਰਸਤਾ ਅਪਣਾ ਲਿਆ, ਤੁਹਾਨੂੰ ਕੋਈ ਪ੍ਰਿੰਸੀਪਲ ਮਿਲ ਗਿਆ, ਉਹਦੇ ਨਾਲ ਤੁਸੀਂ ਸੈਟਿਸਫਾਈਡ ਨੇ, ਮੇਰੇ ਅਸੂਲ ਸਮਝਦੇ ਹੋਏ ਮੇਰੇ ਮੁਤਲਕ ਫੋਰਗੇਟ ਅਬਾਊਟ ਮੀ, ਮੇਰੀ ਬਿਲਕੁਲ ਪੂਜਾ ਦੀ ਜ਼ਰੂਰਤ ਨਹੀਂ। ਇਹ ਜਿਹੜਾ ਬਾਅਦ 'ਚ ਉਹਦੇ ਬੁੱਤ ਬਣ ਗਿਆ, ਇਹ ਤਾਂ ਬਾਅਦ ਦੀਆਂ ਗੱਲਾਂ ਹੈ। ਔਰ ਮੈਨੂੰ ਇਹ ਵੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬੁੱਧ ਭਿਕਸ਼ੂਆਂ ਨੇ ਬੁੱਧ ਦੇ ਪ੍ਰਿੰਸੀਪਲਸ ਨੂੰ ਭੁੱਲ ਕੇ ਜਿਹੜੇ ਇਹਦੇ ਵਿੱਚ ਵਹਿਮ ਪ੍ਰਸਤੀ ਦੀਆਂ ਗੱਲਾਂ ਐਡ ਕਰਤੀਆਂ, ਉਹ ਵੀ ਬੜੀਆਂ ਅਫਸੋਸਨਾਕ। ਇਹ ਸਾਰੇ ਧਰਮਾਂ ਦੇ ਵਿੱਚ ਹੋਇਆ। ਖੁਸ਼ੀਰਾਮ ਜੀ, ਅੱਜ ਤੁਸੀਂ ਸਾਡੇ ਬਜ਼ੁਰਗ ਹੋ, ਤੁਹਾਡੇ ਕੋਲ ਇੱਕ ਸਦੀ ਦਾ ਐਕਸਪੀਰੀਅੰਸ ਹੈ। ਆਪਾਂ ਇਹ ਵੀ ਦੇਖ ਰਹੇ ਹਾਂ ਕਿ ਦਿਨ ਬ ਦਿਨ ਜਿੰਨੀ ਅਸੀਂ ਕਹਿੰਦੇ ਕਿ ਸਾਨੂੰ ਜਾਣਕਾਰੀ ਵੱਧ ਹੋ ਰਹੀ ਹੈ, ਜਿੰਨਾ ਸਾਨੂੰ ਜ਼ਿਆਦਾ ਪਤਾ ਲੱਗ ਰਿਹਾ, ਇਨਫੋਰਮੇਸ਼ਨ ਲਈ ਐਕਸੈਸ ਹੋ ਰਿਹਾ ਸਾਡਾ, ਜਿੰਨੇ ਅਸੀਂ ਇੱਕ ਦੂਜੇ ਦੇ ਕਲੋਜ਼ ਆ ਰਹੇ ਹਾਂ, ਓਨਾ ਹੀ ਧਰਮਾਂ ਦੇ ਨਾਂ ਦੇ ਉੱਤੇ ਹਾਲੇ ਵੀ ਲੜਾਈਆਂ ਬਰਕਰਾਰ ਨੇ, ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਕਤਲੋ ਗਾਰਤ ਵੀ ਹੋ ਰਹੀ ਹੈ। ਜੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਅਖੀਰ ਤੇ ਖਾਸ ਕਰਕੇ ਧਰਮਾਂ ਨੂੰ ਮੰਨਣ ਵਾਲੇ, ਜਿਹੜੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਆ, ਉਹਨਾਂ ਨੂੰ ਕੋਈ ਅਪੀਲ ਕਰ ਸਕੋ ਤਾਂ ਕਿ ਧਰਮ ਦੇ ਅਸੂਲਾਂ ਨੂੰ ਜਿਹੜਾ ਉਹਨੂੰ ਮੰਨਿਆ ਜਾ ਸਕੇ, ਉਹਨਾਂ ਨੂੰ ਸਮਝਿਆ ਜਾ ਸਕੇ ਤੇ ਅਸੀਂ ਇਨਸਾਨ ਹੋਣ ਦੇ ਨਾਤੇ ਇੱਕ ਦੂਜੇ ਦੀ ਸਿਰਫ ਇਨਸਾਨੀਅਤ ਦੇ ਨਾਤੇ ਹੀ ਕਦਰ ਕਰਨੀ ਸਿੱਖ ਜਾਈਏ। ਦੇਖੋ, ਵੈਸੇ ਤਾਂ ਸਾਰੇ ਧਰਮ ਕਹਿੰਦੇ ਆ ਕਿ ਸਾਡਾ ਧਰਮ ਇਨਸਾਨੀ ਪ੍ਰੇਮ ਸਿਖਾਉਂਦਾ, ਲੇਕਿਨ ਮੁਸ਼ਕਿਲ ਇਹ ਹੈ ਉਹ ਜਦੋਂ ਇਹ ਕਹਿੰਦੇ ਆ ਕਿ ਸਾਡਾ ਧਰਮ ਹੀ ਠੀਕ ਹੈ ਔਰ ਇਹ ਪਰਫੈਕਟ ਆ, ਇਹਦੇ ਮੁਕਾਬਲੇ ਤੇ ਹੋਰ ਨਹੀਂ ਹੈ, ਔਰ ਸਾਨੂੰ ਇਸ ਨੂੰ ਫੈਲਾਉਣਾ ਵੀ ਚਾਹੀਦਾ। ਔਰ ਉਸ ਨੂੰ ਫੈਲਾਉਣ ਵਾਸਤੇ ਚਾਹੇ ਸਾਨੂੰ ਜਿਹੜਾ ਮਰਜ਼ੀ ਮੈਥਡ ਅਡਾਪਟ ਕਰਨਾ ਪਵੇ, ਫੇਅਰ ਐਂਡ ਪਾਵਰ, ਉਹਦੇ ਵਿੱਚ ਵੀ ਉਹਨਾਂ ਨੂੰ ਕਈਆਂ ਨੂੰ ਗਰੇਜ਼ ਨਹੀਂ ਹੈ। ਉੱਥੇ ਇਹ ਪ੍ਰੋਬਲਮ ਹੁੰਦੀ ਹੈ। ਅਦਰਵਾਈਜ਼ ਤੁਸੀਂ ਇਹ ਦੇਖੋ ਕਿ ਹਰ ਧਰਮ ਦੇ ਵਿੱਚ ਜਿਹੜੀ ਸਾਡੀ ਬੇਸਿਕ ਮੋਰੈਲਿਟੀ ਹੈ ਨਾ, ਜਾਂ ਸੋਸ਼ਲ ਬਿਹੇਵੀਅਰ ਪੈਟਰਨ ਦੇ ਟੀਚਿੰਗਸ ਹੈ, ਦੇ ਆਰ ਦੀ ਸੇਮ। ਇਸ ਕਰਕੇ ਲੋਕੀ ਇਹ ਕਹਿੰਦੇ ਆ ਕਿ ਸਾਰੇ ਧਰਮ ਇੱਕੋ ਜਿਹੇ, ਲੇਕਿਨ ਉਹਦੇ ਵਿੱਚ ਸਿਰਫ ਇਹੋ ਹੀ ਚੀਜ਼ਾਂ ਨਹੀਂ ਸਿਖਾਈਆਂ ਗਈਆਂ, ਹੋਰ ਵੀ ਬਹੁਤ ਕੁਝ ਸਿਖਾਇਆ ਗਿਆ ਜਿਹੜਾ ਕਿ ਸਾਡੇ ਵਿੱਚ ਡਿਫਰੈਂਸ਼ੀਏਸ਼ਨ ਉਹ ਕ੍ਰੀਏਟ ਕਰਦਾ। ਕਿਉਂਕਿ ਮੈਂ ਹੀ ਸਿਆਣਾ ਨਹੀਂ ਹੈ, ਸਿਆਣੀ ਬਹੁਤ ਦੁਨੀਆ ਹੈ। ਔਰ ਇਹ ਲੋਕ ਸਿਖਾਉਂਦੇ ਵੀ ਰਹੇ ਆ ਕਿ ਬਈ ਇਕੱਠੇ ਹੋ ਕੇ ਰਹੋ, ਇਕੱਠੇ ਹੋ ਕੇ ਰਹੋ। ਲੇਕਿਨ ਧਰਮ ਦੇ ਵਿੱਚ ਜਿਹੜਾ ਖਾਸ ਕੇ ਆਰਗੇਨਾਈਜ਼ ਰਿਲੀਜਨ ਹੈ, ਇਹਦਾ ਬੈਕਵਰਡ ਲੁਕਿੰਗ ਔਰ ਕੰਜ਼ਰਵੇਟਿਜ਼ਮ ਇੰਨਾ ਇਹਦੇ ਤੇ ਜ਼ੋਰ ਹੈ ਕਿ ਇਹ ਆਦਮੀ ਨੂੰ ਇਹ ਸਿੱਧੀ ਸੋਚਣ ਦੀ ਇਜਾਜ਼ਤ ਨਹੀਂ ਦਿੰਦਾ ਕਿਤੇ ਨਾ ਕਿਤੇ। ਅਦਰਵਾਈਜ਼ ਤੁਸੀਂ ਦੇਖੋ ਅੱਜ ਕੱਲ੍ਹ ਹਿੰਦੁਸਤਾਨ 'ਚ ਕੀ ਹੋ ਰਿਹਾ, ਸਭ ਤੋਂ ਵੱਡਾ ਸਬੂਤ ਤਾਂ ਇਹ ਹੈ ਕਿ ਜਦੋਂ ਅਸੀਂ ਕੰਮ ਪੜ੍ਹੇ ਲਿਖੇ ਸੀ, ਸਾਨੂੰ ਪੂਰੀ ਫਰੀडम ਨਹੀਂ ਸੀ, ਅਸੀਂ ਗੋਰਿਆਂ ਦੇ ਗੁਲਾਮ ਸੀ, ਲਿਮਿਟਡ ਐਜੂਕੇਸ਼ਨ ਸੀ ਬਿਲਕੁਲ। ਉਦੋਂ ਅਜੇ ਅਸੀਂ ਆਪਸ ਵਿੱਚ ਪ੍ਰੇਮ ਨਾਲ ਰਹਿੰਦੇ ਸੀ। ਲੇਕਿਨ ਅੱਜ ਤਾਂ ਹਿੰਦੂ ਸਿੱਖ ਨੂੰ ਦੇਖ ਕੇ ਰਾਜੀ ਨਹੀਂ ਹੈ, ਸਿੱਖ ਮੁਸਲਮਾਨ ਨੂੰ ਦੇਖ ਕੇ ਰਾਜੀ, ਮੁਸਲਮਾਨ ਕਿਸੇ ਨੂੰ ਵੀ ਦੇਖ ਕੇ ਰਾਜੀ ਨਹੀਂ। ਉਹ ਕਹਿੰਦਾ ਮੈਂ ਹੀ ਸਭ ਤੋਂ ਵੱਡਾ, ਮੇਰਾ ਹੀ ਅੱਲਾ ਹੈ, ਇਹ ਉਹ ਤੋਂ ਬਾਅਦ ਹੋਰ ਕੁਝ। ਹੁਣ ਇਹ ਜਿਹੜੀਆਂ ਚੀਜ਼ਾਂ ਹੈ, ਇਹਨਾਂ ਦਾ ਬੇਸਿਕ ਕੌਜ਼ ਵੀ ਹੈ, ਜਿਹਦੇ ਪਿੱਛੇ ਹਿਸਟਰੀ ਆ। ਖਾਸ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਕਿ ਸਾਨੂੰ ਆਪਣੀ ਹਿਸਟਰੀ ਨਹੀਂ ਭੁੱਲਣੀ ਚਾਹੀਦੀ, ਲੇਕਿਨ ਇਸ ਤੇ ਭੁੱਲਣੀ ਚਾਹੀਦੀ ਇਸ ਜਗ੍ਹਾ ਤੇ ਆ ਕੇ ਜਿਹੜਾ ਪੁਰਾਣੇ ਜ਼ਮਾਨੇ 'ਚ ਸਾਡੇ 'ਚ ਧਰਮਾਂ ਨੇ ਤਫਰਕਾਤ ਪੈਦਾ ਕੀਤੇ, ਲੜਾਈਆਂ ਹੋਈਆਂ, ਉਹ ਸਾਨੂੰ ਅਗਰ ਭੁੱਲਣ ਦੀ ਸਾਡੇ ਵਿੱਚ ਸ਼ਕਤੀ ਹੋਵੇ ਜਾਂ ਸਾਨੂੰ ਸਿੱਖਿਆ ਹੋਵੇ ਤਾਂ ਥੋੜਾ ਬਹੁਤ ਕਲਿਆਣ ਹੋ ਸਕਦਾ। ਅਦਰਵਾਈਜ਼ ਤੁਸੀਂ ਇਹ ਕਹੋ ਕਿ ਹਰ ਇੱਕ ਆਦਮੀ ਆਪਣੇ ਧਰਮ ਵਿੱਚ ਪਰਪੱਕ ਹੋ ਕੇ ਇਨਸਾਨੀ ਪ੍ਰੇਮ ਪੈਦਾ ਕਰ ਸਕਦਾ, ਮੈਨੂੰ ਬੜੀ ਮੁਸ਼ਕਿਲ ਲੱਗਦੀ ਹੈ।
ਯੈਸ, ਕਿਉਂਕਿ ਹਰ ਇੱਕ ਚੀਜ਼ ਦੇ ਉੱਤੇ ਤਫਰਕਾਤ ਪੈਦਾ ਕੀ, ਚਾਹੇ ਉਹ ਆਰਟੀਫਿਸ਼ਲੀ ਕਿਉਂ ਨਾ ਹੋਵੇ। ਇਹ ਮੈਂ ਮੰਨਦਾ ਜ਼ਰੂਰ ਕਿ ਬੇਸਿਕਲੀ ਸੋਸ਼ਲ ਤੌਰ ਤੇ ਜਾਂ ਈਵਨ ਪਰਸਨਲ ਤੌਰ ਤੇ ਜਿਹੜੇ ਅੱਛੇ ਅੱਛੇ ਅਸੂਲ ਹੈ ਉਹ ਸਾਰੇ ਧਰਮਾਂ ਦੇ ਵਿੱਚ ਇੱਕ ਹੈ। ਔਰ ਬਲਕਿ ਮੈਂ ਤਾਂ ਇਹ ਕਹਿਣਾ ਕਿ ਅਗਰ ਸਾਰੇ ਧਰਮ ਇਸੇ ਅਸੂਲ ਤੇ ਹੋ ਜਾਣ, ਜਿਹੜਾ ਕਿ ਗੋਲਡਨ ਲਾਅ ਹੈ ਕਿ ਡੂ ਅਨਟੂ ਅਦਰਸ ਦੈਟ ਵਿਚ ਯੂ ਵਾਂਟ ਅਦਰਸ should do to you, ਅਗਰ ਇਸੇ ਪ੍ਰਿੰਸੀਪਲ ਨੂੰ ਇਨਸਾਨ ਲੈ ਲਵੇ ਤਾਂ ਉਹਦਾ ਕਲਿਆਣ ਹੋ ਸਕਦਾ ਹੈ। ਉਹਦੇ ਵਿੱਚ ਫਿਰ ਕੋਈ ਧਰਮਾਂ ਨਹੀਂ ਜਾਊਗੀ ਜਿਹੜੀ ਜ਼ਰੂਰਤ ਨਹੀਂ। ਆਰਗੇਨਾਈਜ਼ ਰਿਲੀਜਨ ਦੀ ਹੁਣ ਲੋੜ ਨਹੀਂ ਹੈ, ਸੱਚੀ ਗੱਲ ਹੈ, ਕਿਉਂਕਿ ਜਿਹੜੇ ਫੰਕਸ਼ਨ ਰਿਲੀਜਨ ਕਰਦਾ ਸੀ ਉਹ ਸਾਡੇ ਸਕੂਲਸ ਔਰ ਕਾਲਜਸ ਐਸੋਸੀਏਸ਼ਨ, ਸਾਡੀ ਸਾਇੰਸ ਉਹ ਸਾਨੂੰ ਸਭ ਕੁਝ ਸਿਖਾ ਰਹੀ ਹੈ। ਅੱਜ ਜਿਹੜਾ ਆਰਗੇਨਾਈਜ਼ ਰਿਲੀਜਨ ਹੈ it should be dispensed with, ਮੇਰਾ ਇਹ ਖਿਆਲ ਹੈ, ਕਿਉਂਕਿ ਇਹ ਜਿਹੜੀ ਆਪਣੀ ਹਿਸਟੋਰੀਕਲ ਇਹਦੀ ਵੈਲਿਊ ਸੀ, ਹਿਸਟੋਰੀਕਲ ਰੋਲ ਸੀ, ਉਹ ਅਦਾ ਕਰ ਚੁੱਕਾ। ਜ਼ਮਾਨਾ ਬਹੁਤ ਅੱਗੇ ਵੱਧ ਚੱਕਾ ਉਹਦੇ ਵਿੱਚ ਹੁਣ ਇਹਦੀ ਇੰਪੋਰਟੈਂਸ ਨਹੀਂ ਹੈ। ਅਸੀਂ ਸਿਰਫ ਤੰਗ ਦਿਲੀ ਕਰਕੇ ਜਾਂ ਕੰਜ਼ਰਵੇਟਿਜ਼ਮ ਕਰਕੇ ਜਾਂ ਸੋਸ਼ਲ ਸਰਕਲ ਦਾ ਪ੍ਰੇਮ ਹੋਣ ਕਰਕੇ ਅਸੀਂ ਉਹਨਾਂ ਨਾਲ ਵੱਜੇ ਪਏ ਹਾਂ। ਅਦਰਵਾਈਜ਼ ਕੋਈ, ਮੇਰਾ ਖਿਆਲ ਹੈ, ਅਗਰ ਬੱਚੇ ਨੂੰ ਤੁਸੀਂ ਖੁੱਲ੍ਹਾ ਛੱਡ ਦਿਓ ਨਾ, ਅੱਜ ਨਾ ਉਹਨੂੰ ਬੰਨੋ ਕਿ ਬਈ ਇਹ ਕਰਨਾ ਕਿਉਂਕਿ ਤੂੰ ਸਾਡੀ ਪਾਰਟ ਹੈ, ਸਾਡੀ ਫੈਮਿਲੀ ਦਾ ਜਾਂ ਸੋਸਾਇਟੀ ਦਾ, ਇਹ ਜ਼ਰੂਰ ਕਰਨਾ ਪਏਗਾ। ਅਗਰ ਅਸੀਂ ਉਹਨੂੰ ਇਹ ਮਜਬੂਰੀ ਛੱਡ ਦਈਏ ਤਾਂ ਮੇਰਾ ਖਿਆਲ ਹੈ ਸਾਰੀ ਦੁਨੀਆ ਇੱਕ ਧਰਮ ਦੇ ਉੱਤੇ ਜਾਂ ਇੱਕ ਧਾਰਮਿਕ ਪ੍ਰਿੰਸੀਪਲ ਦੇ ਫੋਲੋਅਰ ਜ਼ਰੂਰ ਬਣ ਜਾਏਗੀ। ਦੈਟਸ ਮਾਈ। ਬਹੁਤ ਖੂਬ। ਖੁਸ਼ੀਰਾਮ ਜੀ ਨੇ ਅਖੀਰ ਦੇ ਵਿੱਚ ਇੱਕ ਗੱਲ ਕਹੀ ਹੈ, ਜਿੱਥੇ ਪਹਿਲਾਂ ਲਗਾਤਾਰ ਇਹਨਾਂ ਨੇ ਆਪਣੀ ਸਾਰੀ ਗੱਲਬਾਤ ਦੇ ਵਿੱਚ ਕਿਹਾ ਕਿ ਆਰਗੇਨਾਈਜ਼ਡ ਰਿਲੀਜਨ ਨੂੰ ਜੁਆਇਨ ਕਰਨਾ ਸਾਡੀ ਮਜਬੂਰੀ ਆ, ਪਰ ਕਹਿੰਦੇ ਹੁਣ ਅਸੀਂ ਉਸ ਮੋੜ ਤੇ ਪਹੁੰਚ ਗਏ ਆ ਕਿ ਸਾਨੂੰ ਆਰਗੇਨਾਈਜ਼ਡ ਰਿਲੀਜਨ ਦੀ ਜ਼ਰੂਰਤ ਨਹੀਂ ਆ, ਇਹ ਖਤਮ ਹੋ ਜਾਣਾ ਚਾਹੀਦਾ। ਤੇ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਜਿੱਧਰ ਨੂੰ ਸਾਡੀਆਂ ਜਨਰੇਸ਼ਨਸ ਜਾ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਅਸੀਂ ਸਵਾਲ ਕਰਨੇ ਸ਼ੁਰੂ ਕੀਤੇ ਆ, ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਆਰਗੇਨਾਈਜ਼ਡ ਰਿਲੀਜਨਸ ਵਾਕਈ ਖਤਮ ਹੋ ਜਾਣ ਤੇ ਇਨਸਾਨ ਸਿਰਫ ਤੇ ਸਿਰਫ ਇਨਸਾਨ ਹੋ ਕੇ ਰਹਿ ਜਾਵੇ। ਕੋਈ ਸਵਾਲ ਹੀ ਪੈਦਾ ਨਾ ਹੋਵੇ, ਨਾ ਕਿਸੇ ਰੱਬ ਦਾ ਤੇ ਨਾ ਕਿਸੇ ਇਨਸਾਨ ਦਾ। ਕੁਦਰਤ ਜਿਸ ਤਰ੍ਹਾਂ ਆਪਣੇ ਵਹਾਅ ਦੇ ਵਿੱਚ ਵਹਿੰਦੀ ਹੈ, ਉਸੇ ਤਰ੍ਹਾਂ ਸ਼ਾਇਦ ਵਹਿੰਦੀ ਰਹੇ। ਸ਼ੁਕਰੀਆ।